Hello students, I am Manisha, your agriculture faculty. Welcome you all on our CBC online platform. Last time guys पटवारी एग्जाम्स 89 स्टूडेंट्स जो 72 स्टूडेंट्स ਦੀ ਸਿਲੈਕਸ਼ਨ ਹੋਈ ਹੈ ਜੋ ਇਸ ਟਾਈਮ ਐਜ਼ ਅ ਪਟਵਾਰੀ ਜੌਬ ਕਰ ਰਹੇ ਹੈ। ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ MCQs ਡਿਟੇਲ ਵਾਈਜ਼ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਰਹਿਣਗੇ। ਓਕੇ, ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ। ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕਰੋ, ਦੈਟ ਇਜ਼ www.cbcexamguru। ਓਕੇ, ਆਪਾਂ ਜਿਹੜੇ ਪ੍ਰੋਪਰ MCQs ਜੋ ਹੈ ਡਿਟੇਲ ਵਾਈਜ਼ ਡਿਸਕਸ ਕਰਨ ਜਾ ਰਹੇ ਹਾਂ। ਸੋ ਨਾਓ ਮੂਵ ਟੂ ਅਵਰ ਸੈਸ਼ਨ। ਐਜ਼ ਯੂ ਸੀ ਗਾਈਜ਼, CBC ਐਗਜ਼ਾਮ ਗੁਰੂ ਐਂਡਰੋਇਡ ਐਪ ਹੈ, ਤੁਸੀਂ ਉਹ ਡਾਊਨਲੋਡ ਕਰਨੀ ਹੈ। ਡਾਊਨਲੋਡ ਕਰਕੇ ਜਿਹੜਾ ਹੈ ਦੇ ਸਟੋਰ 'ਤੇ ਵਿਜ਼ਿਟ ਕਰਨਾ, ਉੱਥੇ ਕੁਝ ਮੌਕ ਟੈਸਟ ਸੀਰੀਜ਼ ਵਗੈਰਾ ਅਵੇਲੇਬਲ ਆ, ਉਹ ਪਰਚੇਜ਼ ਕਰ ਸਕਦੇ ਹੋ। ਐਂਡ ਜਿਹੜੇ ਪਟਵਾਰੀ ਦੇ ਕ੍ਰੈਸ਼ ਕੋਰਸਿਸ ਅਵੇਲੇਬਲ ਆ ਉਹ ਵੀ ਜਿਹੜੇ ਹੈ ਤੁਸੀਂ ਪਰਚੇਜ਼ ਕਰ ਸਕਦੇ ਹੋ। ਐਂਡ ਮੋਰ ਫਰਦਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 7814109600 'ਤੇ ਕੰਟੈਕਟ ਕਰਕੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਕ੍ਰੈਸ਼ ਕੋਰਸਿਸ ਦੀ ਲੈ ਸਕਦੇ ਹੋ। ਓਕੇ ਗਾਈਜ਼, ਐਂਡ ਹੋਰ ਵੀ ਜਿਹੜੇ ਹੈ ਅਪਰੋਕਸੀਮੇਟ 18 ਜਿਹੜੇ ਹੈ ਤੁਹਾਡੇ YouTube 'ਤੇ ਸੀਰੀਜ਼ ਆ ਚੁੱਕੀਆਂ ਐਗਰੀਕਲਚਰ ਦੀਆਂ, ਤੁਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਫਸਟ ਸੀਰੀਜ਼ ਤੋਂ ਲੈ ਕੇ ਲਾਸਟ ਤੱਕ ਦੇਖਣਾ, ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਕੁਐਸਚਨ ਹੈ। ਪ੍ਰੋਪਰਲੀ ਐਗਜ਼ਾਮ ਓਰੀਐਂਟਡ ਕੁਐਸਚਨਸ ਤਿਆਰ ਕੀਤੇ ਹੋਏ ਆ ਜਿਹੜੇ ਹੈ। ਉਹਦੇ 'ਚ ਫੋਰੈਸਟਰੀ ਦੇ ਕੁਐਸਚਨਸ ਵੀ ਪਾਏ ਗਏ ਕਿਉਂਕਿ ਉਹ ਜਿਹੜਾ ਤੁਹਾਡੇ ਐਗਜ਼ਾਮ ਦੇ ਰਿਲੇਟਡ ਆ ਟੌਪਿਕ ਆਉਣਾ। ਓਕੇ, ਹੋਰ ਵੀ ਬਹੁਤ ਤਰ੍ਹਾਂ ਜਿਹੜੇ ਫੂਡ ਪ੍ਰੋਸੈਸਿੰਗ ਦੇ ਕੁਐਸਚਨਸ ਵੀ ਤੁਹਾਨੂੰ ਮਿਲ ਜਾਣਗੇ, ਜਿਹੜੇ ਇੰਸਟੀਟਿਊਟਸ ਦੇ ਕੁਐਸਚਨ ਵੀ ਬਹੁਤ ਸਾਰੇ ਮਿਲ ਜਾਣਗੇ। ਤਾਂ ਗਾਈਜ਼ ਤੁਸੀਂ ਸਾਰੇ ਕੁਐਸਚਨ ਜਿਹੜੇ ਹੈ ਬਹੁਤ ਅੱਛੇ ਤਰੀਕੇ ਨਾਲ, ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਫਰੇਮ ਕੀਤੇ ਹੋਏ ਆ ਉਹ ਦੇਖਣੇ ਆ, ਉਹ ਤੁਸੀਂ ਜਿਹੜੇ ਹੈ ਪ੍ਰੋਪਰ ਤਰੀਕੇ ਨਾਲ ਨੋਟਸ ਤਿਆਰ ਕਰ ਲੈਣੇ ਆ ਤਾਂ ਕਿ ਜਦੋਂ ਤੁਹਾਡੇ ਐਗਜ਼ਾਮ ਆਵੇ ਤਾਂ ਉਦੋਂ ਤੁਸੀਂ ਸਾਰੇ ਕੁਐਸਚਨਸ ਜਿਹੜੇ ਹੈ ਗੋ ਥਰੂ ਕਰ ਲੈਣੇ ਆ। ਓਕੇ ਗਾਈਜ਼, ਸੋ ਆਪਾਂ ਆਪਦੇ ਸੈਸ਼ਨ ਵੱਲ ਵੱਧਦੇ ਹੋਏ, ਐਜ਼ ਯੂ ਨੋ ਆਪਣਾ ਟੈਲੀਗ੍ਰਾਮ ਚੈਨਲ ਵੀ ਹੈ, ਤੁਹਾਨੂੰ PDFs ਉੱਥੇ ਅਵੇਲੇਬਲ ਹੋ ਜਾਣੀ ਆ। ਓਕੇ, ਡੋਂਟ ਵਰੀ ਅਬਾਊਟ ਇਟ। ਐਂਡ ਜਿਹੜਾ ਹੈ ਉਹਨੂੰ ਟੈਲੀਗ੍ਰਾਮ ਚੈਨਲ ਜਿਹੜਾ CBC ਐਗਜ਼ਾਮ ਗੁਰੂ ਤੁਸੀਂ ਜੁਆਇਨ ਕਰ ਸਕਦੇ ਹੋ, ਉਹਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਹੈ। ਓਕੇ, ਨਾਓ ਮੂਵ ਟੂ ਅਵਰ ਸੈਸ਼ਨ, that is first question, vertical movement of water in soil। vertical movement of water in soil ਦਾ ਕੀ ਮਤਲਬ ਹੈ? ਤੁਸੀਂ ਮੰਨ ਲਓ ਸੋਇਲ ਦੇ ਵਿੱਚ ਪਾਣੀ ਦਿੱਤਾ, ਠੀਕ ਹੈ, ਜਿਹੜਾ ਸੋਇਲ ਆ ਉਹਦੇ 'ਚ ਜਿੰਨੀ ਕੈਪੈਸਿਟੀ ਸੀ, ਜਿੰਨਾ ਉਹ ਪਾਣੀ ਲੈ ਸਕਦਾ ਸੀ ਉਹਨੇ ਲੈ ਲਿਆ। ਹੁਣ ਸੋਇਲ ਜਿਹੜੀ ਹੈ ਸੈਚੂਰੇਟਡ ਹੋ ਗਈ, ਠੀਕ ਹੈ, ਹੁਣ ਸੋਇਲ ਜਿਹੜਾ ਇਦੋਂ ਵੱਧ ਪਾਣੀ ਨਹੀਂ ਲੈ ਸਕਦੀ। ਹੁਣ ਜੇ ਤੁਸੀਂ ਹੋਰ ਪਾਣੀ ਦਿੱਤਾ ਜਾਂ ਫਿਰ ਰੇਨਫੋਲ ਆਈ, ਠੀਕ ਹੈ, ਇਨ ਦ ਫੋਰਮ ਆਫ ਰੇਨਫੋਲ, ਜਾਂ ਤੁਸੀਂ ਖੁਦ ਜਿਹੜਾ ਸਿੰਚਾਈ ਕਰ ਰਹੇ ਆ, ਤਾਂ ਹੁਣ ਜੇ ਹੋਰ ਪਾਣੀ ਜਿਹੜਾ ਸੋਇਲ ਦੇ ਵਿੱਚ ਦਿੱਤਾ ਤਾਂ ਪਾਣੀ ਜਿਹੜਾ ਹੈ ਥੱਲੜੀਆਂ ਲੇਅਰਸ ਦੇ ਵਿੱਚ ਜਾਣਾ ਸ਼ੁਰੂ ਹੋ ਜਾਊਗਾ। ਪਾਣੀ ਹੈ ਮਤਲਬ ਉਹਦੀ ਵਰਟੀਕਲ ਮੂਵਮੈਂਟ ਹੋਣ ਲੱਗ ਜੂਗੀ ਪਾਣੀ ਦੀ ਸੋਇਲ ਦੇ ਵਿੱਚ, ਥੱਲੇ ਜਿਹੜੀਆਂ ਮੂਵਮੈਂਟ ਥੱਲੇ ਨੂੰ ਥੱਲੇ ਲੇਅਰਸ ਦੇ ਵਿੱਚ ਜਾਣਾ ਸ਼ੁਰੂ ਹੋ ਜਾਊਗਾ। ਦਿਸ ਇਜ਼ ਨੋਨ ਐਜ਼ ਦ ਪਰਕੂਲੇਸ਼ਨ ਆਫ ਵਾਟਰ। ਦਿਸ ਇਜ਼ ਨੋਨ ਐਜ਼ ਪਰਕੂਲੇਸ਼ਨ ਆਫ ਵਾਟਰ। ਇਹਨੂੰ ਪਰਕੂਲੇਸ਼ਨ ਆਫ ਵਾਟਰ ਕਹਿੰਦੇ ਕਿ ਪਾਣੀ ਜਿਹੜਾ ਹੈ ਥੱਲੜੀਆਂ ਲੇਅਰਸ ਦੇ ਵਿੱਚ ਜਾਣਾ ਸ਼ੁਰੂ ਹੋ ਜਾਣਾ। ਦਿਸ ਇਜ਼ ਨੋਨ ਐਜ਼ ਪਰਕੂਲੇਸ਼ਨ ਆਫ ਵਾਟਰ। ਓਕੇ ਗਾਈਜ਼, ਨੈਕਸਟ ET ਹੁੰਦਾ ਅਵੈਪੋਰੇਸ਼ਨ, T ਹੁੰਦਾ ਟਰਾਂਸਪੀਰੇਸ਼ਨ। ਆ ਮਈਅਰ ਬਾਏ, ਦੇਖੋ ਪਲਾਂਟ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਪਾਣੀ ਦਾ ਲੋਸ ਹੁੰਦਾ, ਦੋ ਤਰੀਕੇ ਨਾਲ, ਇੱਕ ਹੁੰਦਾ ਅਵੈਪੋਰੇਸ਼ਨ ਲੋਸ, ਇੱਕ ਹੁੰਦਾ ਟਰਾਂਸਪੀਰੇਸ਼ਨ ਲੋਸ। ਦੋਨਾਂ 'ਚ ਕੀ ਡਿਫਰੈਂਸ ਹੈ? ਅਵੈਪੋਰੇਸ਼ਨ ਲੋਸ ਉਹ ਲੋਸ ਹੁੰਦਾ ਪਾਣੀ ਦਾ ਜਿਹੜਾ ਆਪਣੀ ਜ਼ਮੀਨ ਤੋਂ, ਸੋਇਲ ਤੋਂ ਪਾਣੀ ਜਿਹੜਾ ਅਵੈਪੋਰੇਟ ਹੋ ਰਿਹਾ, ਠੀਕ ਹੈ, ਪਾਣੀ ਆਪਣੀ ਸੋਇਲ ਤੋਂ ਜਿਹੜਾ ਉੱਡੀ ਜਾ ਰਿਹਾ, ਦੈਟ ਇਜ਼ ਨੋਨ ਐਜ਼ ਦਾ ਅਵੈਪੋਰੇਸ਼ਨ ਲੋਸ। ਦੂਜਾ ਹੁੰਦਾ ਟਰਾਂਸਪੀਰੇਸ਼ਨ ਲੋਸ। ਟਰਾਂਸਪੀਰੇਸ਼ਨ ਲੋਸ ਉਹ ਲੋਸ ਹੁੰਦਾ ਜਿਹੜਾ ਆਪਣੇ ਲੋਅਰ ਲੀਫ ਆਫ ਸਰਫੇਸ, ਠੀਕ ਹੈ, ਜਿਹੜਾ ਪੱਤਾ ਹੈ, ਲੀਫ ਹੈ, ਉਹਦਾ ਜਿਹੜਾ ਲੋਅਰ ਸਰਫੇਸ ਹੁੰਦਾ ਉਹਦੇ 'ਤੇ ਕੁਝ ਸਟੋਮੇਟਲ ਪੋਰਸ ਹੁੰਦੇ ਆ, ਠੀਕ ਹੈ, ਉਹਨਾਂ ਸਟੋਮੇਟਲ ਪੋਰਸ ਤੋਂ ਜਿਹੜਾ ਪਾਣੀ ਉੱਡ ਜਾਂਦਾ, ਠੀਕ ਹੈ, ਲੋਸ ਆਫ ਵਾਟਰ ਹੋ ਜਾਂਦਾ ਉਹਨਾਂ ਪੋਰਸ ਦੇ ਥਰੂ। ਦਿਸ ਇਜ਼ ਨੋਨ ਐਜ਼ ਟਰਾਂਸਪੀਰੇਸ਼ਨਲ ਲੋਸ ਆਫ ਵਾਟਰ। ਤਾਂ ਉਹ ਟਰਾਂਸਪੀਰੇਸ਼ਨਲ ਲੋਸ ਆਫ ਵਾਟਰ ਹੁੰਦਾ ਹੈ ਕਿੰਨਾ ਵੈਪੋਰੇਸ਼ਨ ਲੋਸ, ਕਿੰਨਾ ਟਰਾਂਸਪੀਰੇਸ਼ਨ ਲੋਸ ਹੋਇਆ ਪਾਣੀ ਦਾ ਕਿਸੇ ਬੂਟੇ ਤੋਂ, ਆਪਾਂ ਕਿਵੇਂ ਮਈਅਰ ਕਰਨਾ? ਤਾਂ ਉਹਨੂੰ ਮਈਅਰ ਕਰਨ ਵਾਸਤੇ ਇੱਕ ਇੰਸਟਰੂਮੈਂਟ ਆਉਂਦਾ, ਦੈਟ ਇਜ਼ ਲਾਈਸੀਮੀਟਰ। ਓਕੇ, ਲਾਈਸੀਮੀਟਰ ਕੀ ਕਰਦਾ? ਵੈਪੋਰੇਸ਼ਨ, ਟਰਾਂਸਪੀਰੇਸ਼ਨ, ਲੋਸਿਸ ਆਫ ਵਾਟਰ ਜਿਹੜਾ ਹੈ ਮਈਅਰ ਕਰਦਾ। ਨੈਕਸਟ ਕੁਐਸਚਨ, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਵੇਗਾ ਐਂਡ ਪ੍ਰੋਪਰ ਤਰੀਕੇ ਨਾਲ ਜਿਹੜਾ ਸਾਰਾ ਸਮਝ ਆ ਰਿਹਾ ਹੋਊਗਾ। ਪਾਰਸ਼ਲ ਫਲੋ,
ਪਾਰਸ਼ਲ ਫਲੂਮ ਇੱਕ ਇੱਦਾਂ ਦਾ ਇੰਸਟਰੂਮੈਂਟ ਹੁੰਦਾ, ਠੀਕ ਹੈ, ਕਾਫੀ ਥੋੜ੍ਹਾ ਵੱਡਾ ਜਾਂ ਚੌੜਾ ਜਿਹਾ ਇੰਸਟਰੂਮੈਂਟ ਹੁੰਦਾ। ਇਹਦੇ ਨਾਲ ਜਿਹੜਾ ਹੈ ਇਹ ਆਪਾਂ ਯੂਜ਼ ਕਰਦੇ ਹਾਂ, ਕਾਹਦੇ ਵਾਸਤੇ ਯੂਜ਼ ਕਰਦੇ ਹਾਂ, ਫੋਰ ਦਾ ਮਈਅਰਮੈਂਟ ਆਫ ਵਾਟਰ ਫਲੋ। ਆਪਾਂ ਵਾਟਰ ਦੇ ਫਲੋ ਨੂੰ ਮਈਅਰ ਕਰਨ ਵਾਸਤੇ ਇਹਨੂੰ ਯੂਜ਼ ਕਰਦੇ ਹਾਂ ਕਿ ਫਲੋ ਵਾਟਰ ਦਾ ਕਿੱਦਾਂ ਦਾ, ਕੋਈ ਤੇਜ਼ ਹੈ, ਸਲੋ ਹੈ, ਕਿੱਦਾਂ ਦਾ ਜਿਹੜਾ ਫਲੋ ਹੈਗਾ ਪਾਣੀ ਦਾ, ਕਿਸ ਤਰੀਕੇ ਨਾਲ ਜਿਹੜਾ ਹੈ ਫਰੀਕੁਐਂਸੀ ਦਾ ਪਾਣੀ ਫਲੋ ਹੋ ਰਿਹਾ। ਦਿਸ ਇਜ਼ ਨੋਨ ਐਜ਼ ਫਲੋ ਆਫ ਵਾਟਰ, ਵਾਟਰ ਫਲੋ, ਪਾਰਸ਼ਲ ਫਲੂਮ, ਠੀਕ ਹੈ। ਪਾਰਸ਼ਲ ਫਲੂਮ ਜਿਹੜਾ ਇੱਦਾਂ ਦਾ ਇੰਸਟਰੂਮੈਂਟ ਆ ਕੀ ਮਈਅਰ ਕਰਦਾ, ਵਾਟਰ ਦੇ ਫਲੋ ਨੂੰ ਮਈਅਰ ਕਰਦਾ, ਫਲੋ ਆਫ ਵਾਟਰ, ਦੈਟ ਇਜ਼ ਪਾਰਸ਼ਲ ਫਲੂਮ। ਓਕੇ, ਪਾਰਸ਼ਲ ਫਲੂਮ ਇਜ਼ ਯੂਜ਼ ਫॉर द ਮਈਅਰਮੈਂਟ ਆਫ, ਕੀ ਮਈਅਰ ਕਰਦਾ, ਵਾਟਰ ਫਲੋ ਨੂੰ ਮਈਅਰ ਕਰਨ ਵਾਸਤੇ ਆਪਾਂ ਪਾਰਸ਼ਲ ਫਲੂਮ ਯੂਜ਼ ਕਰਦੇ ਹਾਂ। ਨਾਓ ਮੂਵ ਟੂ ਦ ਨੈਕਸਟ ਕੁਐਸਚਨ, ਦੈਟ ਇਜ਼ ਸੈਰੀਕਲਚਰ। ਸੈਰੀਕਲਚਰ ਕਾਹਦੇ ਲਈ ਹੁੰਦਾ, ਕੀ ਹੁੰਦਾ ਸੈਰੀਕਲਚਰ? ਸੈਰੀਕਲਚਰ ਇਜ਼ ਨੋਨ ਐਜ਼ ਸਿਲਕ ਫਾਰਮਿੰਗ। ਜੇ ਤੁਸੀਂ ਕੋਈ ਜਿਹੜਾ ਹੈ ਆਪਾਂ ਜਿਹੜੇ ਸਿਲਕ ਵੋਮ ਹੁੰਦਾ, ਠੀਕ ਹੈ, ਜਿਹੜਾ ਰੇਸ਼ਮ ਦਾ ਕੀੜਾ ਹੁੰਦਾ, ਕਹਿ ਸਕਦੇ ਹਾਂ ਸਿਲਕ ਵੋਮ ਇਜ਼ ਰੇਸ਼ਮ ਦਾ ਕੀੜਾ। ਰੇਸ਼ਮ ਦੇ ਕੀੜੇ ਦੀ ਰੀਅਰਿੰਗ ਕਰੀ ਜਾਂਦੇ ਹੋ, ਰੇਸ਼ਮ ਦੇ ਕੀੜੇ ਨੂੰ ਪਾਲੀ ਜਾਂਦੇ ਹੋ ਫੋਰ ਦਾ ਪ੍ਰੋਡਕਸ਼ਨ ਆਫ ਸਿਲਕ ਵੋਮ। ਸਿਲਕ ਵੋਮ ਪ੍ਰੋਡਿਊਸ ਕਰਨ ਵਾਸਤੇ ਤਾਂ ਆਪਾਂ ਕਹਾਂਗੇ ਇਹਨੂੰ ਸੈਰੀਕਲਚਰ, ਠੀਕ ਹੈ। ਦ ਸਟੱਡੀ ਆਫ ਸਿਲਕ ਫਾਰਮਿੰਗ ਇਜ਼ ਨੋਨ ਐਜ਼ ਸੈਰੀਕਲਚਰ, ਠੀਕ ਹੈ। ਤੁਸੀਂ ਸਿਲਕ ਫਾਰਮਿੰਗ ਕਰੀ ਜਾਂਦੇ ਹੋ ਕਿ ਸਿਲਕ ਪ੍ਰੋਡਿਊਸ ਕਰਨ ਵਾਸਤੇ ਜਿਹੜਾ ਹੈ ਆਪਣੇ ਰੇਸ਼ਮ ਦੇ ਕੀੜੇ ਨੂੰ ਪਾਲੀ ਜਾਂਦੇ ਹੋ, ਦਿਸ ਇਜ਼ ਨੋਨ ਐਜ਼ ਸਿਲਕ ਫਾਰਮਿੰਗ ਐਂਡ ਦਿਸ ਇਜ਼ ਸੈਰੀਕਲਚਰ। ਓਕੇ, ਜੋ ਕਿਵੇਂ ਕਹਿ ਸਕਦੇ ਹਾਂ, ਨੈਕਸਟ ਕੁਐਸਚਨ, ਦ ਰੀਅਰਿੰਗ ਆਫ ਸਿਲਕ ਵੋਮ, ਮਤਲਬ ਜਿਹੜਾ ਆਪਾਂ ਰੇਸ਼ਮ ਦਾ ਕੀੜਾ ਪਾਲ ਰਹੇ ਹਾਂ ਫੋਰ ਦਾ ਪ੍ਰੋਡਕਸ਼ਨ ਆਫ ਰਾ ਸਿਲਕ, ਰਾ ਸਿਲਕ ਦੀ ਪ੍ਰੋਡਕਸ਼ਨ ਵਾਸਤੇ ਇਜ਼ ਨੋਨ ਐਜ਼ ਸੈਰੀਕਲਚਰ। ਤਾਂ ਉਹਨੂੰ ਸੈਰੀਕਲਚਰ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜਾ ਹੈ ਰੀਅਰਿੰਗ ਕਰੀ ਨੇ ਸਿਲਕ ਵੋਮ ਦੀ ਫੋਰ ਦਾ ਪ੍ਰੋਡਕਸ਼ਨ ਆਫ ਰਾ ਸਿਲਕ ਇਜ਼ ਨੋਨ ਐਜ਼ ਸੈਰੀਕਲਚਰ। ਓਕੇ, ਸੈਰੀਕਲਚਰ ਪਤਾ ਲੱਗ ਗਿਆ ਨਾ ਕਿ ਆਪਾਂ ਇੱਕ ਤਰ੍ਹਾਂ ਨਾਲ ਆਪਾਂ ਰਾ ਸਿਲਕ ਲੈਣ ਵਾਸਤੇ ਜਿਹੜੀ ਆ ਪ੍ਰੋਡਕਸ਼ਨ ਕਰ ਰਹੇ ਹਾਂ, ਦੈਟ ਇਜ਼ ਸੈਰੀਕਲਚਰ। ਨੈਕਸਟ, ਹਾਊ ਮਚ ਸਿਲਕਵੋਮ ਆਰ ਰਿਕੁਆਇਰਡ ਟੂ ਪ੍ਰੋਡਿਊਸ 1 ਕਿਲੋ ਆਫ ਸਿਲਕ। ਜੇ 1 ਕਿਲੋ ਸਿਲਕ ਤੁਸੀਂ ਪ੍ਰੋਡਿਊਸ ਕਰਨੀ ਹੈ, 1 kg ਆਫ ਸਿਲਕ, ਤਾਂ ਤੁਹਾਨੂੰ ਜਿਹੜਾ ਹੈ ਕਿੰਨਾ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਤੁਹਾਨੂੰ ਕਿੰਨਾ ਜਿਹੜਾ ਹੈ ਸਿਲਕ ਵੋਮ ਦੀ ਲੋੜ ਹੈ, ਠੀਕ ਹੈ, ਰੇਸ਼ਮ ਦੇ ਕੀੜਿਆਂ ਦੀ ਕਿੰਨੀ ਲੋੜ ਹੈ ਅਗਰ ਤੁਸੀਂ 1 ਕਿਲੋ ਸਿਲਕ ਪ੍ਰੋਡਿਊਸ ਕਰਨੀ ਹੈ, ਠੀਕ ਹੈ। 1 kg ਆਪਾਂ ਸਿਲਕ ਪ੍ਰੋਡਿਊਸ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਜਿਹੜੇ ਰੇਸ਼ਮ ਦੇ ਕੀੜੇ ਆ ਉਹਨਾਂ ਦਾ ਕਿੰਨੇ ਕੁ ਜ਼ਰੂਰਤ ਹੁੰਦੀ ਹੈ, ਦੈਟ ਇਜ਼ 5500, 5500 ਜਿਹੜੇ ਸਿਲਕ ਵੋਮਸ ਦੀ ਜ਼ਰੂਰਤ ਹੈ ਇਫ ਯੂ ਵਨਾ ਪ੍ਰੋਡਿਊਸ 1 kg ਆਫ ਸਿਲਕ, ਠੀਕ ਹੈ। 1 ਕਿਲੋ ਸਿਲਕ ਪ੍ਰੋਡਿਊਸ ਕਰਨ ਵਾਸਤੇ 5500 ਜਿਹੜੇ ਹੈ ਸਿਲਕ ਵੋਮਸ ਦੀ ਰੇਸ਼ਮ ਦੇ ਕੀੜਿਆਂ ਦੀ ਜ਼ਰੂਰਤ ਹੁੰਦੀ ਹੈ। ਓਕੇ ਗਾਈਜ਼, ਦੈਟ ਇਜ਼ 5500। ਨੈਕਸਟ, ਹਾਊ ਮਚ ਪੀਪਲ ਆਰ ਅੰਗੇਜਡ ਇਨ ਵੇਰੀਅਸ ਸੈਰੀਕਲਚਰ ਐਕਟੀਵਿਟੀਜ਼। ਜਿਹੜੇ ਸੈਰੀਕਲਚਰ ਦੇ ਵਿੱਚ ਜਿਹੜੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ, ਕਿਸ ਤਰੀਕੇ ਨਾਲ ਜਿਹੜਾ ਹੈ ਆਪਣਾ ਸਿਲਕ ਪ੍ਰੋਡਿਊਸ ਹੁੰਦਾ, ਜੋ ਵੀ ਇਹਦੇ ਪ੍ਰੋਸੈਸਿੰਗ ਹੁੰਦੀ ਹੈ, ਜਿੱਦਾਂ ਵੀ ਜੋ ਵੀ ਪ੍ਰੋਸੈਸ ਹੈ ਇਹਦਾ ਸਿਲਕ ਜਿਹੜੇ ਰਾ ਸਿਲਕ ਤੋਂ ਲੈ ਕੇ ਆਪਾਂ ਜਿਹੜੀ ਹੈ ਸਿਲਕ ਦੀ ਪ੍ਰੋਡਕਸ਼ਨ ਤੱਕ ਪ੍ਰੋਪਰਲੀ, ਤਾਂ ਕਿੰਨੇ ਪੀਪਲ ਇਹਦੇ 'ਚ ਅੰਗੇਜਡ ਹੈ, ਅਪਰੋਕਸੀਮੇਟ 60 ਲੱਖ, ਠੀਕ ਹੈ। 60 ਲੱਖ ਜਿਹੜੇ ਪੀਪਲ ਅੰਗੇਜਡ ਆ ਵੇਰੀਅਸ ਜਿਹੜੇ ਸੈਰੀਕਲਚਰ ਐਕਟੀਵਿਟੀਜ਼ ਦੇ ਵਿੱਚ, ਜਿਹੜਾ ਹੈ ਆਪਣਾ ਸਿਲਕ ਬਣਾਉਣ ਦੇ ਐਕਟੀਵਿਟੀਜ਼ ਦੇ ਵਿੱਚ ਕੋਈ ਵੀ ਤਰੀਕੇ ਨਾਲ ਕਿਸੇ ਤਰੀਕੇ ਨਾਲ ਵੀ 60 ਲੱਖ ਜਿਹੜਾ ਲੋਕੀ ਹੈ ਅੰਗੇਜ ਹੈਗੇ ਇਹਦੇ ਵਿੱਚ। 60 ਲੱਖ, 60 ਲੱਖ ਪੀਪਲ ਅੰਗੇਜ ਹੈ ਇਨ ਸੈਰੀਕਲਚਰ ਐਕਟੀਵਿਟੀਜ਼। ਨੈਕਸਟ, ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ। ਆਪਣਾ ਸੈਂਟਰਲ ਸੈਰੀਕਲਚਰ ਰਿਸਰਚ ਅਤੇ ਟ੍ਰੇਨਿੰਗ ਇੰਸਟੀਚਿਊਟ ਕਿੱਥੇ ਸਿਚੁਏਟਿਡ ਹੈ, ਦੈਟ ਇਜ਼ ਐਟ ਮਾਈਜ਼ਰ ਕਰਨਾਟਕਾ। ਮਾਈਜ਼ਰ ਕਰਨਾਟਕਾ ਦੇ ਵਿੱਚ ਹੈ ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ। ਓਕੇ, ਸੈਂਟਰ ਲੈਵਲ ਦਾ ਜਿਹੜਾ ਸੈਰੀਕਲਚਰ ਰਿਸਰਚ ਇੰਸਟੀਚਿਊਟ ਹੈ ਐਂਡ ਟ੍ਰੇਨਿੰਗ ਇੰਸਟੀਚਿਊਟ ਕਿੱਥੇ ਸਿਚੁਏਟਿਡ ਹੈ, ਮਾਈਜ਼ਰ, ਮਾਈਜ਼ਰ ਕਰਨਾਟਕਾ, ਕਰਨਾਟਕਾ ਦੇ ਵਿੱਚ ਸਿਚੁਏਟਿਡ ਹੈ ਮਾਈਜ਼ਰ। ਨੈਕਸਟ,
ਐਪੀਕਲਚਰ ਇਜ਼ ਆਲਸੋ ਨੋਨ ਐਜ਼, ਐਪੀਕਲਚਰ ਨੂੰ ਕੀ ਕਿਹਾ ਜਾਂਦਾ ਹੈ? ਬੀ ਕੀਪਿੰਗ, ਬੀ ਕੀਪਿੰਗ ਕਿਹਾ ਜਾਂਦਾ ਹੈ ਐਪੀਕਲਚਰ ਨੂੰ। ਓਕੇ, ਬੀ ਕੀਪਿੰਗ ਇਜ਼ ਨੋਨ ਐਜ਼ ਐਪੀਕਲਚਰ। ਠੀਕ ਹੈ, ਬੀ ਕੀਪਿੰਗ ਦੇ ਵਿੱਚ ਆ ਗਿਆ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਹੈ ਮੱਖੀ ਪਾਲਣ ਕਰਨਾ, ਮੱਖੀ ਪਾਲਣ ਕੀਤਾ ਜਾਂਦਾ। ਮੱਖੀ ਨੂੰ ਕਿਸ ਤਰੀਕੇ ਨਾਲ ਪਾਲਣਾ ਹੈ, ਉਹਨੂੰ ਕੀ ਉਹਦੇ ਜਿਹੜੀਆਂ ਨੀਡਸ ਹੈ, ਕਿਸ ਤਰੀਕੇ ਨਾਲ ਆਪਾਂ ਹਨੀ ਪ੍ਰੋਡਿਊਸ ਕਰਦੇ ਹਾਂ, ਸਾਰਾ ਜਿਹੜਾ ਹੈ ਬੀ ਕੀਪਿੰਗ ਦੇ ਅੰਦਰ ਆਉਂਦਾ। ਦਿਸ ਇਜ਼ ਨੋਨ ਐਜ਼ ਐਪੀਕਲਚਰ। ਓਕੇ, ਮੱਖੀ ਪਾਲਣ ਨੂੰ ਕੀ ਕਿਹਾ ਜਾਂਦਾ? ਬੀ ਕੀਪਿੰਗ। ਦਿਸ ਇਜ਼ ਨੋਨ ਐਜ਼ ਐਪੀਕਲਚਰ। ਐਪੀਕਲਚਰ, ਐਪੀਕਲਚਰ ਇਜ਼ ਅ ਸਟੱਡੀ ਆਫ ਬੀ ਕੀਪਿੰਗ। Next, the two economically important products of beekeeping is, ਦੋ ਕਾਫੀ ਜਿਹੜੇ ਆਪਾਂ ਕਹਿ ਸਕਦੇ ਹਾਂ ਇਕਨੋਮਿਕਲ ਇੰਪੋਰਟੈਂਟ ਪ੍ਰੋਡਕਟ ਹੁੰਦੇ ਆ ਬੀ ਕੀਪਿੰਗ ਦੇ। ਦਿਸ ਇਜ਼ ਨੋਨ ਐਜ਼ ਹਨੀ ਐਂਡ ਵੈਕਸ ਕਿਹਾ ਜਾਂਦਾ ਕੁਝ। ਠੀਕ ਹੈ, ਇਹ ਕਾਫੀ ਇਕਨੋਮਿਕਲੀ ਇੰਪੋਰਟੈਂਟ ਪ੍ਰੋਡਕਟ ਹੈ ਬੀ ਕੀਪਿੰਗ ਦੇ, ਕਿ ਬੀ ਕੀਪਿੰਗ ਕਿੱਦਾਂ ਕਰਨੀ ਹੈ। ਇਹਦੇ ਇਕਨੋਮਿਕਲੀ ਇੰਪੋਰਟੈਂਟ ਪ੍ਰੋਡਕਟਸ ਹੁੰਦੇ ਆ, ਦੈਟ ਇਜ਼ ਹਨੀ ਐਂਡ ਵੈਕਸ। ਹਨੀ ਐਂਡ ਵੈਕਸ। ਓਕੇ, ਬੀ ਕੀਪਿੰਗ ਹੈ ਕਿ ਜਦੋਂ ਆਪਾਂ ਮੱਖੀ ਪਾਲਣ ਕਰੀ ਜਾਂਦੇ ਹਾਂ, ਠੀਕ ਹੈ, ਤਾਂ ਉਹਦੇ 'ਚ ਜਿਹੜਾ ਹੈ ਤੁਹਾਨੂੰ ਕਿਹੜੇ ਦੋ ਇੰਪੋਰਟੈਂਟ ਪ੍ਰੋਡਕਟ ਮਿਲਦੇ ਆ, ਦੈਟ ਇਜ਼ ਇੱਕ ਤਾਂ ਹਨੀ ਮਿਲਦਾ, ਸ਼ਹਿਦ ਮਿਲਦਾ, ਦੂਜਾ ਵੈਕਸ ਮਿਲਦੀ ਹੈ। ਠੀਕ ਹੈ, ਹਨੀ ਮਿਲਦਾ ਐਂਡ ਜਿਹੜਾ ਹੈ ਵੈਕਸ ਮਿਲਦੀ ਹੈ। ਓਕੇ, ਦੋ ਇੰਪੋਰਟੈਂਟ ਪ੍ਰੋਡਕਟਸ ਹੁੰਦੇ ਆ ਹਨੀ ਐਂਡ ਵੈਕਸ। ਦੋ ਇੰਪੋਰਟੈਂਟ ਪ੍ਰੋਡਕਟਸ ਹਨੀ ਅਤੇ ਵੈਕਸ ਮਿਲਦੀ ਆ ਬੀ ਕੀਪਿੰਗ ਤੋਂ। ਨੈਕਸਟ, ਐਵਰੇਜ ਯੀਲਡ ਆਫ ਇੰਡੀਅਨ ਬੀ, ਇੰਡੀਅਨ ਬੀ ਜਿਹੜੀ ਹੁੰਦੀ ਹੈ ਉਹਦੀ ਐਵਰੇਜ ਯੀਲਡ ਕਿੰਨੀ ਹੁੰਦੀ ਹੈ? ਠੀਕ ਹੈ, ਐਵਰੇਜ ਯੀਲਡ ਜਿਹੜੀ ਹੈ ਇੰਡੀਅਨ ਬੀ ਦੀ ਹੁੰਦੀ ਹੈ 6 to 8 kg ਪਰ ਕਲੋਨੀ ਪਰ ਈਅਰ। 6 to 8 ਜਿਹੜਾ ਆਪਾਂ ਕਹਿ ਸਕਦੇ ਹਾਂ ਕਿਲੋ, ਜਿਹੜਾ ਆਪਾਂ ਇੱਕ ਕਲੋਨੀ 'ਚੋਂ, ਇੱਕ ਜਿਹੜਾ ਆਪਾਂ ਸ਼ਹਿਦ ਦਾ ਜਿਹੜਾ ਇੱਕ ਮੱਖੀ ਦਾ ਡੱਬਾ ਹੁੰਦਾ ਉਹਦੇ 'ਚੋਂ ਮਿਲਦਾ ਇੱਕ ਸਾਲ ਦੇ ਵਿੱਚ। ਠੀਕ ਹੈ, 6 to 8 kg ਕਲੋਨੀ, ਇੱਕ ਕਲੋਨੀ 'ਚੋਂ 6 ਤੋਂ 8 ਕਿਲੋ ਜਿਹੜਾ ਸ਼ਹਿਦ ਮਿਲਦਾ ਇੱਕ ਸਾਲ ਦੇ ਵਿੱਚ ਇੰਡੀਅਨ ਬੀ ਦਾ, ਇਹ ਐਵਰੇਜ ਇਹਦੀ ਯੀਲਡ ਹੈ। ਠੀਕ ਹੈ, 6 ਤੋਂ 8 ਕਿਲੋ ਆਪਾਂ ਕਹਿ ਸਕਦੇ ਹਾਂ ਹਨੀ ਦੇ ਦਿੰਦੀ ਹੈ ਜਿਹੜੀ ਇੰਡੀਅਨ ਬੀ ਹੁੰਦੀ ਆ। ਬਹੁਤ ਸਾਰੀਆਂ ਬੀਜ਼ ਹੁੰਦੀਆਂ, ਇੱਕ ਯੂਰਪੀਅਨ ਬੀ ਹੁੰਦੀ ਹੈ, ਇੱਕ ਇੰਡੀਅਨ ਬੀ ਹੁੰਦੀ ਹੈ, ਇੱਕ ਮੈਲੀਫੇਰਾ ਬੀ ਹੁੰਦੀ ਹੈ, ਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬੀਜ਼ ਹੁੰਦੀਆਂ। ਤਾਂ ਜਿਹੜੀ ਆਪਾਂ ਇੰਡੀਅਨ ਬੀ ਦੀ ਗੱਲ ਕਰੀਏ ਤਾਂ ਦੈਟ ਇਜ਼ 6 to 8 ਜਿਹੜੀ ਆ ਆਪਾਂ ਕਿਲੋ ਜਿਹੜਾ ਇੰਡੀਅਨ ਬੀ ਜਿਹੜੀ ਆ ਇੱਕ ਈਅਰ ਦੇ ਵਿੱਚ ਦੇ ਦਿੰਦੀ ਹੈ ਸ਼ਾਇਦ। ਠੀਕ ਹੈ, ਸੋ ਨਾਓ ਮੂਵ ਟੂ ਨੈਕਸਟ ਕੁਐਸਚਨ। the main fresh water fish is, ਆਪਣੀ ਜਿਹੜੀ ਮੇਨ ਫਰੈਸ਼ ਵਾਟਰ ਫਿਸ਼ ਕਿਹੜੀ ਹੈ ਜਿਹੜੀ ਫਰੈਸ਼ ਵਾਟਰ ਦੇ ਵਿੱਚ ਪਾਈ ਜਾਂਦੀ ਹੈ? ਦੈਟ ਇਜ਼ ਕੂਪ ਐਂਡ ਕੈਟਫਿਸ਼। ਕੂਪ ਐਂਡ ਕੈਟਫਿਸ਼ ਜਿਹੜੀ ਹੈ ਇੱਦਾਂ ਦੀਆਂ ਫਿਸ਼ਿਜ਼ ਹੁੰਦੀਆਂ ਕੂਪ ਅਤੇ ਕੈਟਫਿਸ਼, ਇਹ ਫਰੈਸ਼ ਵਾਟਰ ਫਿਸ਼ਿਜ਼ ਹੈ, ਫਰੈਸ਼ ਵਾਟਰ ਦੇ ਵਿੱਚ ਪਾਈ ਜਾਂਦੀ ਹੈ ਕਿਹੜੀ? ਕੂਪ ਅਤੇ ਕੈਟਫਿਸ਼। ਕੂਪ ਐਂਡ ਕੈਟਫਿਸ਼ ਜਿਹੜੀਆਂ ਦੋ ਆ ਫਰੈਸ਼ ਵਾਟਰ ਫਿਸ਼ਿਜ਼ ਹੈ। ਨੈਕਸਟ, ਦਾ ਮੇਨ ਬ੍ਰੈਕਿਸ਼ ਵਾਟਰ ਫਿਸ਼ ਆਰ, ਇੱਦਾਂ ਦੀ ਜਿਹੜੀ ਹੈ ਬ੍ਰੈਕਿਸ਼ ਵਾਟਰ ਫਿਸ਼ ਕਿਹੜੀ ਹੁੰਦੀ ਹੈ? ਬ੍ਰੈਕਿਸ਼ ਵਾਟਰ ਉਹ ਹੁੰਦਾ ਕਿ ਥੋੜ੍ਹਾ ਨਮਕ ਵਾਲਾ ਪਾਣੀ ਹੁੰਦਾ, ਜਿਵੇਂ ਸੀ ਵਾਟਰ ਤਾਂ ਬਹੁਤ ਜ਼ਿਆਦਾ ਨਮਕ ਵਾਲਾ ਹੁੰਦਾ, ਉਹਦੇ ਨਾਲੋਂ ਘੱਟ ਨਮਕ ਵਾਲਾ ਹੁੰਦਾ। ਇਟ ਮੀਨਸ ਕਿ ਅਗਰ ਆਪਾਂ ਮਿਕਸਿੰਗ ਕਰ ਦਈਏ ਸੀ ਵਾਟਰ ਅਤੇ ਫਰੈਸ਼ ਵਾਟਰ ਤਾਂ ਇੱਕ ਤਰ੍ਹਾਂ ਦਾ ਬ੍ਰੈਕਿਸ਼ ਵਾਟਰ ਬਣ ਜਾਂਦਾ, ਜੋ ਹਲਕਾ ਜਿਹਾ ਆਪਾਂ ਕਹਿ ਸਕਦੇ ਹਾਂ ਨਮਕ ਵਾਲਾ ਹੁੰਦਾ, ਜ਼ਿਆਦਾ ਵਾਲਾ ਨਹੀਂ ਹੈ। ਠੀਕ ਹੈ, ਜਿਹੜਾ ਬ੍ਰੈਕਿਸ਼ ਵਾਟਰ ਹੈ ਉਹਦੇ ਵਿੱਚ ਕਿੱਦਾਂ ਦੀ ਫਿਸ਼ਿਜ਼ ਹੁੰਦੀਆਂ, ਜਿਹੜਾ ਫਰੈਸ਼ ਵਾਟਰ ਆ ਉਹਦੇ 'ਚ ਤਾਂ ਆਪਾਂ ਨੂੰ ਪਤਾ ਲੱਗਿਆ ਕੂਪ ਹੋਊਗੀ ਅਤੇ ਕੈਟਫਿਸ਼ ਹੋਊਗੀ। ਜਿਹੜਾ ਬ੍ਰੈਕਿਸ਼ ਫਿਸ਼ ਆ ਉਹਦੇ ਵਿੱਚ ਹਿਲਸਾ ਐਂਡ ਮੁਲਟ, ਹਿਲਸਾ ਅਤੇ ਮੁਲਟ ਇੱਦਾਂ ਦੀਆਂ ਜਿਹੜੀਆਂ ਦੋ ਫਿਸ਼ਿਜ਼ ਹੈ ਇਹ ਬ੍ਰੈਕਿਸ਼ ਵਾਟਰ ਦੇ ਵਿੱਚ ਮਿਲਦੀਆਂ, ਹਿਲਸਾ ਐਂਡ ਮੁਲਟ। ਹਿਲਸਾ ਅਤੇ ਮੁਲਟ ਇੱਦਾਂ ਦੀਆਂ ਜਿਹੜੀਆਂ ਫਿਸ਼ਿਜ਼ ਹੈ ਉਹ ਬ੍ਰੈਕਿਸ਼ ਵਾਟਰ ਦੇ ਵਿੱਚ ਅਵੇਲੇਬਲ ਹੁੰਦੀਆਂ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਸੈਂਟਰਲ ਇੰਸਟੀਚਿਊਟ ਆਫ ਮੈਰਾਈਨ ਫਿਸ਼ਰੀਜ਼ ਰਿਸਰਚ ਵਾਜ਼ ਐਸਟੈਬਲਿਸ਼ ਇਨ, ਇੱਕ ਸੈਂਟਰਲ ਇੰਸਟੀਚਿਊਟ ਹੈ ਮੈਰਾਈਨ ਫਿਸ਼ਰੀ ਰਿਸਰਚ ਦਾ। ਠੀਕ ਹੈ, ਮੈਰਾਈਨ ਫਿਸ਼ਰੀ ਰਿਸਰਚ ਦਾ ਸੈਂਟਰਲ ਇੰਸਟੀਚਿਊਟ ਕਦੋਂ ਐਸਟੈਬਲਿਸ਼ ਹੋਇਆ ਸੀ? ਕੋਚੀ 'ਚ ਐਸਟੈਬਲਿਸ਼ ਹੋਇਆ ਸੀ, ਕੇਰਲਾ 'ਚ। ਠੀਕ ਹੈ, ਕੋਚੀ ਦੇ ਵਿੱਚ ਐਸਟੈਬਲਿਸ਼ ਹੋਇਆ ਸੀ ਕੇਰਲਾ ਦੇ ਵਿੱਚ ਜਿਹੜਾ ਸੈਂਟਰਲ ਇੰਸਟੀਚਿਊਟ ਹੈ ਮੈਰਾਈਨ ਫਿਸ਼ਰੀ ਰਿਸਰਚ।
ਮਰਾਈਨ ਫਿਸ਼ਰੀ ਰਿਸਰਚ ਜਿਹੜਾ ਹੈ ਸੈਂਟਰਲ ਇੰਸਟੀਚਿਊਟ ਹੈ ਕਿੱਥੇ ਸਟੈਬਲਿਸ਼ ਹੋਇਆ ਸੀ? ਕੋਚੀ, ਕੇਰਲਾ। ਕੋਚੀ, ਕੇਰਲਾ ਦੇ ਵਿੱਚ ਜਿਹੜਾ ਹੈ ਮਰਾਈਨ ਫਿਸ਼ਰੀ ਰਿਸਰਚ ਇੰਸਟੀਚਿਊਟ ਐਸਟੈਬਲਿਸ਼ ਹੋਇਆ ਸੀ। ਨਾਓ ਮੂਵ ਟੂ ਨੈਕਸਟ ਕੁਐਸਚਨ। The Central Island Fisheries Institute was established। ਕਦੋਂ ਐਸਟੈਬਲਿਸ਼ ਹੋਇਆ ਸੀ? ਸੈਂਟਰਲ ਆਈਲੈਂਡ ਫਿਸ਼ਰੀ ਇੰਸਟੀਚਿਊਟ। ਸੈਂਟਰਲ ਆਈਲੈਂਡ ਫਿਸ਼ਰੀ ਇੰਸਟੀਚਿਊਟ ਐਸਟੈਬਲਿਸ਼ ਹੋਇਆ ਸੀ ਬਰਕਪੁਰ ਦੇ ਵਿੱਚ, ਵੈਸਟ ਬੰਗਾਲ। ਬਰਕਪੁਰ ਵੈਸਟ ਬੰਗਾਲ ਦੇ ਵਿੱਚ ਐਸਟੈਬਲਿਸ਼ ਹੋਇਆ ਸੀ। ਦੈਟ ਇਜ਼ ਸੈਂਟਰਲ ਆਈਲੈਂਡ ਫਿਸ਼ਰੀ ਇੰਸਟੀਚਿਊਟ ਬਰਕਪੁਰ ਵੈਸਟ ਬੰਗਾਲ ਦੇ ਵਿੱਚ ਐਸਟੈਬਲਿਸ਼ ਹੋਇਆ ਸੀ। ਓਕੇ, ਹਾਈਡਰੋਪੋਨਿਕਸ ਕੀ ਹੁੰਦੀ ਹੈ? ਦੇਖੋ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ ਐਂਡ ਪ੍ਰੋਪਰ ਤਰੀਕੇ ਨਾਲ ਜਿਹੜਾ ਹੈ ਸਮਝ ਆ ਰਿਹਾ ਹੋਏਗਾ, ਕਿਉਂਕਿ ਜਿਹੜੇ ਸਾਰੇ ਕੁਐਸਚਨਸ ਹੈ ਬਹੁਤ ਹੀ ਤੁਹਾਡੇ ਡਿਟੇਲ ਵਾਈਜ਼ ਡਿਸਕਸ ਹੋ ਰਹੇ ਐਂਡ ਸਾਰੇ ਕੁਐਸਚਨਸ ਤੁਹਾਡੇ ਐਗਜ਼ਾਮ ਓਰੀਐਂਟਡ ਹੈ। ਸੈਰੀਕਲਚਰ ਦੇ ਪਹਿਲਾਂ ਕੁਐਸਚਨਸ ਨਹੀਂ ਆਏ ਸੀ, ਸਿਲਕਵਰਮ ਦੇ ਐਪੀਕਲਚਰ ਦੇ ਕੁਐਸਚਨਸ ਆਪਾਂ ਡਿਸਕਸ ਨਹੀਂ ਕੀਤੇ ਸੀ। ਠੀਕ ਹੈ, ਅੱਜ ਉਹ ਵੀ ਕੁਐਸਚਨਸ ਡਿਸਕਸ ਹੋ ਗਏ ਆ। ਸੈਰੀਕਲਚਰ ਕੀ ਹੁੰਦਾ, ਐਪੀਕਲਚਰ ਕੀ ਹੁੰਦਾ, ਡਿਟੇਲ ਵਾਈਜ਼ ਜਿਹੜੇ ਹੈ ਬਹੁਤ ਸਾਰੇ ਕੁਐਸਚਨਸ ਤੁਹਾਡੇ ਨਾਲ ਡਿਸਕਸ ਹੋ ਚੁੱਕੇ ਹੈ। ਠੀਕ ਹੈ, ਤਾਂ ਜਿਹੜਾ ਹੈ ਤੁਹਾਨੂੰ ਪ੍ਰੋਪਰ ਜਿਹੜਾ ਹੈ ਇਨਫੋਰਮੇਸ਼ਨ ਅਵੇਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ। ਸੋ ਨਾਓ ਮੂਵ ਟੂ ਨੈਕਸਟ ਕੁਐਸਚਨ, ਦੈਟ ਇਜ਼ ਹਾਈਡਰੋਪੋਨਿਕਸ। ਹਾਈਡਰੋਪੋਨਿਕਸ ਕੀ ਹੁੰਦਾ? ਹਾਈਡਰੋਪੋਨਿਕਸ ਹੁੰਦਾ ਕਿ ਤੁਸੀਂ ਸੋਇਲ ਤੋਂ ਬਿਨਾਂ ਕਲਟੀਵੇਸ਼ਨ ਕਰਨੀ ਹੈ, ਸੋਇਲਲੈਸ ਕਲਚਰ। ਸੋਇਲ ਤੋਂ ਬਿਨਾਂ ਤੁਸੀਂ ਕੋਈ ਪਲਾਂਟਿੰਗ ਕਰਨੀ ਹੈ, ਸਿਰਫ ਪਾਣੀ ਦੇ ਨਾਲ ਆਪਾਂ ਕੋਈ ਆਪਦੀ ਕਰੋਪ ਬੀਜਣੀ ਹੈ, ਬਿਨਾਂ ਸੋਇਲ ਤੋਂ, ਬਿਨਾਂ ਮਿੱਟੀ ਤੋਂ ਆਪਾਂ ਕੋਈ ਕਰੋਪ ਬੀਜਣੀ ਹੈ। ਕਾਹਦੇ ਵਿੱਚ? ਪਾਣੀ ਦੇ ਨਾਲ। ਪਾਣੀ ਦੇ ਵਿੱਚ ਕੀ ਕਰਨਾ ਹੈ ਤੁਸੀਂ? ਨਿਊਟਰੈਂਟ ਕਲਚਰ। ਠੀਕ ਹੈ, ਜਿਹੜਾ ਨਿਊਟਰੈਂਟਸ ਵਗੈਰਾ ਮਿਨਰਲਸ ਵਗੈਰਾ ਹੈ ਸੋਲਿਊਸ਼ਨ ਕਲਚਰ ਬਣਾ ਕੇ ਪਾਣੀ ਦੇ ਵਿੱਚ ਮਿਕਸ ਕਰ ਦੇਣਾ। ਉਹ ਪਾਣੀ ਜਿਹੜਾ ਹੈ ਕਰੋਪਸ ਨੂੰ ਦੇ ਦੇਣਾ। ਸੋਇਲ ਤੋਂ ਬਿਨਾਂ ਵੀ ਜਿਹੜਾ ਹੈ ਕਰੋਪਸ ਹੋਣੀਆਂ ਪੋਸੀਬਲ ਹੈ। ਦਿਸ ਇਜ਼ ਨੋਨ ਐਜ਼ ਹਾਈਡਰੋਪੋਨਿਕਸ। ਓਕੇ, ਹਾਈਡਰੋਪੋਨਿਕਸ ਕਿਹਾ ਜਾਂਦਾ ਉਹ ਹੁੰਦਾ ਕਿ ਸੋਇਲਲੈਸ ਕਲਚਰ। ਹਾਈਡਰੋਪੋਨਿਕਸ ਇਜ਼ ਨੋਨ ਐਜ਼ ਸੋਇਲਲੈਸ ਕਲਚਰ, ਕਿ ਤੁਸੀਂ ਸੋਇਲ ਤੋਂ ਬਿਨਾਂ ਵੀ ਜਿਹੜਾ ਹੈ ਆਪਦੀ ਕਰੋਪ ਨੂੰ ਗਰੋ ਕਰ ਸਕਦੇ ਹੋ ਪਾਣੀ ਦੇ ਨਾਲ। ਪਾਣੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਨਿਊਟਰੈਂਟ ਕਲਚਰ ਪਾ ਦੇਣਾ, ਨਿਊਟਰੈਂਟਸ ਪਾ ਦੇਣੇ, ਮਿਨਰਲਸ ਪਾ ਦੇਣੇ, ਤੁਹਾਡਾ ਪਾਣੀ ਨਾਲ ਹੀ ਜਿਹੜਾ ਬੂਟਾ ਵਧੀਆ ਗਰੋਥ ਕਰ ਜੂਗਾ। ਸੋਇਲ ਦੀ ਜ਼ਰੂਰਤ ਨਹੀਂ ਆ। ਇੱਦਾਂ ਦੀ ਖੇਤੀ ਨੂੰ ਕੀ ਕਿਹਾ ਜਾਂਦਾ ਹੈ? ਹਾਈਡਰੋਪੋਨਿਕਸ। ਜਿਹੜਾ ਪਾਣੀ ਦੇ ਨਾਲ ਖੇਤੀ ਕੀਤੀ ਜਾਂਦੀ ਹੈ ਵਿਦਾਊਟ ਯੂਜ਼ ਆਫ ਸੋਇਲ। The method of growing plants using minerals, nutrient solutions in water without soil is known as hydroponics। ਇੱਦਾਂ ਦਾ ਮੈਥਡ ਹੈ ਕਿ ਤੁਸੀਂ ਗਰੋ ਕਰਨੇ ਆ ਪਲਾਂਟਸ ਕੀ ਯੂਜ਼ ਕਰਕੇ, ਮਿਨਰਲਸ ਦਾ ਯੂਜ਼ ਕਰਕੇ, ਨਿਊਟਰੈਂਟ ਸੋਲਿਊਸ਼ਨ ਦਾ ਯੂਜ਼ ਕਰਕੇ ਪਾਣੀ ਦੇ ਵਿੱਚ ਵਿਦਾਊਟ ਸੋਇਲ। ਠੀਕ ਹੈ, ਇਹ ਮੈਂ ਗੱਲ ਤੁਹਾਨੂੰ ਦੱਸੀ ਹੈ ਕਿ ਤੁਸੀਂ ਮਿਨਰਲ ਨਿਊਟਰੈਂਟਸ ਵਗੈਰਾ ਨੂੰ ਜਿਹੜਾ ਹੈਗਾ ਇੱਦਾਂ ਦਾ ਸੋਲਿਊਸ਼ਨ ਬਣਾ ਕੇ ਤੁਸੀਂ ਸੋਇਲ ਦੇ ਵਿੱਚ ਪਾ ਦੇਣਾ, ਪਾਣੀ ਦੇ ਵਿੱਚ ਪਾ ਦੇਣਾ, ਤਾਂ ਵਿਦਾਊਟ ਸੋਇਲ ਦਾ ਯੂਜ਼ ਨਹੀਂ ਕਰਨਾ। ਦਿਸ ਇਜ਼ ਨੋਨ ਐਜ਼ ਹਾਈਡਰੋਪੋਨਿਕਸ। ਹਾਈਡਰੋਪੋਨਿਕਸ ਕਹਿੰਦੇ ਆਪਾਂ ਇਹਨੂੰ। ਹਾਈਡਰੋਪੋਨਿਕਸ ਕੀ ਤੁਸੀਂ ਜਿਹੜਾ ਮਿੱਟੀ ਤੋਂ ਬਿਨਾਂ ਵੀ ਆਪਣੀ ਜਿਹੜੀ ਹੈ ਕਲਟੀਵੇਸ਼ਨ ਹੋ ਸਕਦੀ ਹੈ। ਓਕੇ ਗਾਈਜ਼, ਦ ਮਿਊਟੈਂਟ ਵਰਾਇਟੀ ਆਫ ਰਾਈਸ। ਜਿਹੜੀ ਮਿਊਟੈਂਟ ਵਰਾਇਟੀ ਹੈ ਰਾਈਸ ਦੀ ਕਿਹੜੀ ਹੁੰਦੀ ਹੈ? ਮਿਊਟੈਂਟ ਵਰਾਇਟੀ ਜਿਹੜੀ ਰਾਈਸ ਦੀ ਹੁੰਦੀ ਹੈ ਦੈਟ ਇਜ਼ ਜਗਨਨਾਥ। ਠੀਕ ਹੈ, ਜਗਨਨਾਥ ਇਜ਼ ਦ ਮਿਊਟੈਂਟ ਵਰਾਇਟੀ ਆਫ ਰਾਈਸ। ਜਗਨਨਾਥ ਕੀ ਹੈ? ਇੱਦਾਂ ਦੀ ਮਿਊਟੈਂਟ ਵਰਾਇਟੀ ਹੈ ਰਾਈਸ ਦੀ। ਰਾਈਸ ਹੈ, ਠੀਕ ਹੈ, ਜਿਹੜਾ ਹੈ ਝੋਨਾ ਹੈ, ਉਹਦੀ ਇੱਕ ਮਿਊਟੈਂਟ ਵਰਾਇਟੀ ਹੈ। ਮਿਊਟੈਂਟ ਵਰਾਇਟੀ ਕੀ ਹੁੰਦਾ? ਕੁਛ ਮਿਊਟੇਸ਼ਨਸ ਕਰਕੇ, ਕੋਈ ਸਡਨ ਚੇਂਜਿਸ ਇਨ ਜੀਨਸ ਹੈ ਉਹਨਾਂ ਦੇ ਵਿੱਚ ਕੋਈ ਚੇਂਜਿਸ ਲਿਆ ਕੇ, ਠੀਕ ਹੈ, ਕੋਈ ਤਬਦੀਲੀ ਲਿਆ ਕੇ, ਠੀਕ ਹੈ, ਆਪਾਂ ਜਿਹੜੀ ਵਰਾਇਟੀ ਤਿਆਰ ਕੀਤੀ ਹੈ ਦੈਟ ਇਜ਼ ਜਗਨਨਾਥ। ਕਾਹਦੀ ਵਰਾਇਟੀ ਹੈ? ਝੋਨੇ ਦੀ ਵਰਾਇਟੀ ਹੈ, ਮਿਊਟੈਂਟ ਵਰਾਇਟੀ ਹੈ ਦੈਟ ਇਜ਼ ਜਗਨਨਾਥ। ਨੈਕਸਟ, ਦ ਪ੍ਰੀਕਰਸਰ ਆਫ ਵਿਟਾਮਿਨ ਏ। ਵਿਟਾਮਿਨ ਏ ਹੈ ਉਹਦਾ ਪ੍ਰੀਕਰਸਰ ਕੀ ਹੈ? ਉਹਦਾ ਪ੍ਰੀਕਰਸਰ ਹੁੰਦਾ ਬਿੱਟਾ ਕੈਰੋਟੀਨ। ਠੀਕ ਹੈ, ਨਾਮ ਕਿੱਥੋਂ ਲਿਆ ਗਿਆ? ਵਿਟਾਮਿਨ ਏ ਦੇ ਵਿੱਚ ਜਿਹੜਾ ਹੈ ਸਭ ਤੋਂ ਜ਼ਿਆਦਾ ਵਿਟਾਮਿਨ ਏ ਵੈਸੇ ਮੈਂਗੋ 'ਚ ਪਾਇਆ ਜਾਂਦਾ ਔਰ ਹੋਰ ਜਿਹੜਾ ਹੈ ਕੈਰਟ ਦੇ ਵਿੱਚ ਪਾਇਆ ਜਾਂਦਾ। ਤਾਂ ਕੈਰਟ ਤੋਂ ਜਿਹੜਾ ਬਣ ਜਾਂਦਾ ਕੈਰੋਟੀਨ। ਠੀਕ ਹੈ, ਕੈਰਟ ਤੋਂ ਬਣ ਗਿਆ ਕੈਰੋਟੀਨ। ਅਤੇ ਵਿਟਾਮਿਨ ਏ ਕਾਹਦਾ ਪ੍ਰੀਕਰਸਰ ਹੈ? ਕੈਰੋਟੀਨ ਦਾ, ਦੈਟ ਇਜ਼ ਬੀਟਾ ਕੈਰੋਟੀਨ।
ਪ੍ਰੀਕਰਸਰ ਆਫ ਵਿਟਾਮਿਨ ਏ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਵੇਗਾ ਐਂਡ ਤੁਸੀਂ ਮੈਕਸਿਮਮ ਜਿਹੜਾ ਹੈ ਇਨਫੋਰਮੇਸ਼ਨ ਅਵੇਲ ਕਰਨ ਦੀ ਕੋਸ਼ਿਸ਼ ਕਰਨੀ ਹੈ ਗਾਈਜ਼। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਦ ਬਲੂ ਰੈਵੋਲਿਊਸ਼ਨ ਇਨ ਇੰਡੀਆ ਵਾਸ ਵਾਟ ਸਟਾਰਟਡ ਡਿਊਰਿੰਗ। ਜਿਹੜੀ ਬਲੂ ਰੈਵੋਲਿਊਸ਼ਨ ਹੈ ਇੰਡੀਆ ਦੇ ਵਿੱਚ ਕਦੋਂ ਸ਼ੁਰੂ ਹੋਈ ਹੈ? ਬਲੂ ਰੈਵੋਲਿਊਸ਼ਨ ਹੁੰਦਾ ਕਿ ਆਪਾਂ ਮੱਛੀ ਪਾਲਣ, ਠੀਕ ਹੈ, ਫਿਸ਼ਿਸ ਦੇ ਰਿਗਾਰਡਿੰਗ ਹੁੰਦੀ ਹੈ ਬਲੂ ਰੈਵੋਲਿਊਸ਼ਨ। ਐਂਡ ਜਿਹੜਾ ਹੈ ਇਹ ਕਦੋਂ ਸ਼ੁਰੂ ਹੋਇਆ ਸੀ? ਸਭ ਤੋਂ ਪਹਿਲਾਂ ਦੈਟ ਇਜ਼ ਜਿਹੜਾ 5th 5 ਈਅਰ ਪਲਾਨ ਦੇ ਵਿੱਚ, ਜਿਹੜਾ ਸਭ ਤੋਂ ਪਹਿਲਾਂ 5 ਈਅਰ ਪਲਾਨ 1951 ਦੇ ਵਿੱਚ ਸਟਾਰਟ ਹੋਇਆ, ਫਸਟ 5 ਈਅਰ ਪਲਾਨ 1951 ਦੇ ਵਿੱਚ। ਅਤੇ ਇਹ ਆਪਣਾ 5th 5 ਈਅਰ ਪਲਾਨ ਦੇ ਵਿੱਚ ਸ਼ੁਰੂ ਹੋਇਆ ਸੀ 1970। 1970 ਦੇ ਵਿੱਚ ਇਹ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ। 5th 5 ਈਅਰ ਪਲਾਨ ਚੱਲ ਰਿਹਾ ਸੀ 1970 ਦੇ ਵਿੱਚ, ਠੀਕ ਹੈ, ਇਹਨੂੰ ਸਟਾਰਟ ਕੀਤਾ ਗਿਆ, ਦੈਟ ਇਜ਼ 5th 5 ਈਅਰ ਪਲਾਨ 'ਚ। ਨੈਕਸਟ, ਐਵਰਗ੍ਰੀਨ ਰੈਵੋਲਿਊਸ਼ਨ ਇਜ਼ ਰਿਲੇਟਿਡ ਟੂ। ਐਵਰਗ੍ਰੀਨ ਰੈਵੋਲਿਊਸ਼ਨ ਕਾਹਦੇ ਰਿਲੇਟਿਡ ਹੈ? ਦੇਖੋ, ਐਵਰਗ੍ਰੀਨ ਰੈਵੋਲਿਊਸ਼ਨ ਹੈ ਕਿ ਆਪਾਂ ਹਰ ਟਾਈਮ ਐਵਰਗ੍ਰੀਨ ਰੈਵੋਲਿਊਸ਼ਨ ਰੱਖਣੀ ਹੈ, ਤਾਂ ਉਹ ਰਿਲੇਟਿਡ ਹੈ ਕਿ ਸਸਟੇਨੇਬਲ ਕ੍ਰੌਪ ਪ੍ਰੋਡਕਸ਼ਨ। ਸਸਟੇਨੇਬਲ ਕ੍ਰੌਪ ਪ੍ਰੋਡਕਸ਼ਨ ਹੁੰਦਾ ਕਿ ਤੁਸੀਂ ਸਸਟੇਨੇਬਲ ਤਰੀਕੇ ਨਾਲ ਕ੍ਰੌਪ ਪ੍ਰੋਡਿਊਸ ਕਰਨੀ ਹੈ। ਸਸਟੇਨੇਬਲ ਤਰੀਕੇ ਮਤਲਬ ਜੂਡੀਅਸਲੀ, ਠੀਕ ਹੈ, ਜੂਡੀਅਸਲੀ ਜਿਹੜੀਆਂ ਹੈ ਰਿਸੋਰਸਿਸ ਦਾ ਯੂਜ਼ ਕਰਨਾ ਬਹੁਤ ਇਫੈਕਟਿਵਲੀ ਤਰੀਕੇ ਨਾਲ, ਬਹੁਤ ਹੀ ਆਪਾਂ ਕਹਿ ਦਿੰਦੇ ਹਾਂ ਕਿ ਬਹੁਤ ਸਹੀ ਢੰਗ ਨਾਲ, ਵੀ ਹਰ ਚੀਜ਼ ਨੂੰ ਜਿਹੜਾ ਹੈ ਬਹੁਤ ਇਫੈਕਟਿਵਲੀ ਯੂਜ਼ ਕਰਨਾ। ਜੇ ਪਾਣੀ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਇਫੈਕਟਿਵਲੀ ਯੂਜ਼ ਕਰੋ। ਬਹੁਤਾ ਜ਼ਿਆਦਾ ਪਾਣੀ ਜਿਹੜਾ ਹੈ ਤੁਸੀਂ ਨਹੀਂ ਵੇਸਟ ਕਰਨਾ। ਥੋੜ੍ਹੇ ਪਾਣੀ ਦੇ ਵਿੱਚ ਮਤਲਬ ਇਹਦਾ ਹੁੰਦਾ ਕਿ ਤੁਸੀਂ ਇਨਪੁੱਟ ਘੱਟ ਦੇ ਕੇ ਅਤੇ ਆਊਟਪੁੱਟ ਵੱਧ ਲੈਣੇ ਆ, ਠੀਕ ਹੈ। ਤੁਸੀਂ ਆਪਦੀ ਇਨਪੁੱਟ ਘੱਟ ਦੇਣੀ ਹੈ, ਪੈਸੇ ਘੱਟ ਲਾਣੇ, ਕੋਸਟ ਆਫ ਪ੍ਰੋਡਕਸ਼ਨ ਘੱਟ, ਐਂਡ ਜਿਹੜਾ ਹੈ ਆਪਾਂ ਆਊਟਪੁੱਟ ਵੱਧ ਲੈਣੀ ਹੈ। ਇੱਦਾਂ ਦੀ ਹੁੰਦੀ ਆ ਕਿ ਸਸਟੇਨੇਬਲ ਕ੍ਰੌਪ ਦੇ ਵਿੱਚ ਹੁੰਦਾ। ਔਰ ਤੁਸੀਂ ਇਕੋ ਫਰੈਂਡਲੀ ਰੱਖਣੀ ਹੈ, ਤਾਂ ਕਿ ਇੱਦਾਂ ਦੀ ਚੀਜ਼ਾਂ ਯੂਜ਼ ਕਰਨੀਆਂ ਕਿ ਤੁਸੀਂ ਬਹੁਤ ਜ਼ਿਆਦਾ ਫਰਟੀਲਾਈਜ਼ਰ ਇਹਦੇ 'ਚ ਯੂਜ਼ ਨਹੀਂ ਕਰਨਾ ਕਿ ਜਿਹੜਾ ਆਪਣਾ ਇਨਵਾਇਰਮੈਂਟ ਹੀ ਖ਼ਰਾਬ ਕਰਦੇ। ਇਹਦੇ 'ਚ ਇਕੋ ਫਰੈਂਡਲੀ ਜਿਹੜੀ ਆ ਖੇਤੀ ਹੋਣੀ ਬਹੁਤ ਜ਼ਰੂਰੀ ਆ ਕਿ ਇਹ ਰੀਜਨਰੇਟਿਵ ਪਾਵਰ ਆਪਾਂ ਉਹ ਮੇਨਟੇਨ ਕਰਨੀ ਹੈ, ਠੀਕ ਹੈ। ਜਿਹੜੀਆਂ ਕ੍ਰੌਪਸ ਹੈ ਆਪਣੇ ਨਿਊਟਰੈਂਟਸ ਹੈ ਕਿ ਤਾਂ ਕਿ ਆਪਣੇ ਜਿਹੜੀਆਂ ਸੋਇਲ ਹੈ ਉਹਦੀ ਰੀਜਨਰੇਟਿਵ ਪਾਵਰ ਹੈਗੀ ਆ, ਉਹ ਦੁਆਰਾ ਤੋਂ ਜਿਹੜੀਆਂ ਵਧੀਆ ਨਿਊਟਰੈਂਟਸ ਗੇਨ ਕਰ ਲੈਂਦੀ ਹੈ ਅਤੇ ਵਧੀਆ ਜਿਹੜੇ ਆ ਆਪਣਾ ਕ੍ਰੌਪ ਸਟੈਂਡ ਦਿੰਦੀ ਹੈ। ਉਹਦੀ ਰੀਜਨਰੇਟਿਵ ਪਾਵਰ ਆਪਾਂ ਖੋਣੀ ਨਹੀਂ ਹੈ ਉਹਦੇ 'ਚ ਬਹੁਤ ਜ਼ਿਆਦਾ ਕੈਮੀਕਲ ਪਾ ਕੇ। ਤਾਂ ਇੱਦਾਂ ਦੀ ਇਕੋ ਫਰੈਂਡਲੀ ਟਾਈਪ ਦੀ ਇਹ ਖੇਤੀ ਹੈ ਸਸਟੇਨੇਬਲ ਐਗਰੀਕਲਚਰ, ਸਸਟੇਨੇਬਲ ਕ੍ਰੌਪ ਪ੍ਰੋਡਕਸ਼ਨ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਯੂ ਗਾਈਜ਼ ਵੈਰੀ ਵੈਲ ਗॉट ਇਟ। ਨੈਕਸਟ, ਪ੍ਰਸੀਜ਼ਨ ਫਾਰਮਿੰਗ ਇਜ਼ ਨੋਨ ਐਜ਼ ਸਾਈਟ ਸਪੈਸੀਫਿਕ। ਪ੍ਰਸੀਜ਼ਨ ਫਾਰਮਿੰਗ ਕੀ ਹੁੰਦੀ ਆ? ਪ੍ਰਸੀਜ਼ਨ ਫਾਰਮਿੰਗ ਹੁੰਦੀ ਹੈ ਕਿ ਸਾਈਟ ਸਪੈਸੀਫਿਕ, ਕਿਸੇ ਪਰਟੀਕੂਲਰ ਸਾਈਟ 'ਤੇ ਪਰਟੀਕੂਲਰ ਸੋਇਲ ਦੇ ਉੱਪਰ ਕਿੱਦਾਂ ਦਾ ਤੁਹਾਨੂੰ ਮਤਲਬ ਕੰਡੀਸ਼ਨਸ ਚਾਹੀਦੀਆਂ, ਠੀਕ ਹੈ। ਤਾਂ ਮਤਲਬ ਕੋਈ ਪਰਟੀਕੂਲਰ ਸਾਈਟ ਸਪੈਸੀਫਿਕ ਹੈ, ਕੋਈ ਪਰਟੀਕੂਲਰ ਏਰੀਆ ਦੇ ਉੱਪਰ ਮੈਂ ਕਹਿੰਦੀ ਕਿੱਦਾਂ ਦੀ ਕ੍ਰੌਪਸ ਪੋਸੀਬਲ ਹੈ, ਉੱਦਾਂ ਦੀ ਕ੍ਰੌਪਸ ਲਗਾਉਣੀ ਆ। ਉਸ ਸੋਇਲ ਦੇ ਵਿੱਚ ਕਿੱਦਾਂ ਦੇ ਨਿਊਟਰੈਂਟਸ ਹੈ, ਨਿਊਟਰੈਂਟ ਟੈਸਟ ਕਰਵਾਓ ਸੋਇਲ ਦਾ, ਠੀਕ ਹੈ। ਸੋਇਲ ਟੈਸਟਿੰਗ ਕਰੋ, ਉਹਦੇ ਵਿੱਚ ਹੁਣ ਸੋਇਲ ਟੈਸਟਿੰਗ ਤੋਂ ਬਾਅਦ ਪਤਾ ਲੱਗੂਗਾ ਵੀ ਇਹਨੂੰ ਕਿੰਨੇ ਨਿਊਟਰੈਂਟਸ ਦੀ ਲੋੜ ਹੈ ਸੋਇਲ ਦੇ ਵਿੱਚ। ਜਿੰਨੇ ਨਿਊਟਰੈਂਟਸ ਦੀ ਲੋੜ ਹੈ ਉਨੇ ਹੀ ਪਾਓ, ਵੱਧ ਨਹੀਂ ਪਾਉਣੇ। ਐਂਡ ਉਹ ਜਿਹੜੀ ਕ੍ਰੌਪ ਹੈ ਸਾਈਟ ਸਪੈਸੀਫਿਕ ਐਂਡ ਆਲਸੋ ਕ੍ਰੌਪ ਸਪੈਸੀਫਿਕ, ਕਿ ਕ੍ਰੌਪ ਸਪੈਸੀਫਿਕ ਜਿਹੜੀ ਕ੍ਰੌਪ ਹੈ ਉਸ ਕ੍ਰੌਪ ਨੂੰ ਕਿੰਨੇ ਨਿਊਟਰੈਂਟਸ ਦੀ ਲੋੜ ਹੈ ਉਹਦੇ ਅਕੋਰਡਿੰਗ ਜਿਹੜੀ ਹੈ ਤੁਸੀਂ ਪਾਓ, ਠੀਕ ਹੈ। ਸੋਇਲ ਟੈਸਟ ਬੇਸ 'ਤੇ ਕਿ ਸੋਇਲ ਦੇ ਵਿੱਚ ਕਿੰਨੇ ਨਿਊਟਰੈਂਟਸ ਦੀ ਲੋੜ ਹੈ ਉਹਦੇ ਅਕੋਰਡਿੰਗ। ਐਂਡ ਆਲਸੋ ਆਪਾਂ ਕਹਿ ਸਕਦੇ ਹਾਂ ਕਿ ਨਿਊਟਰੈਂਟਸ, ਉਹਨੂੰ ਨਿਊਟਰੈਂਟ ਦੀ ਕ੍ਰੌਪ ਸਪੈਸੀਫਿਕ ਕ੍ਰੌਪ ਨੂੰ ਕਿੰਨੇ ਨਿਊਟਰੈਂਟਸ ਦੀ ਲੋੜ ਹੈ ਉਨੇ ਨਿਊਟਰੈਂਟਸ ਪਾਏ ਜਾਣ। ਇਸ ਤਰੀਕੇ ਨਾਲ ਜਿਹੜੀ ਹੈ ਪ੍ਰਸੀਜ਼ਨ ਫਾਰਮਿੰਗ ਕੀਤੀ ਜਾਂਦੀ ਹੈ, ਬਹੁਤ ਵਧੀਆ ਤਰੀਕੇ ਨਾਲ ਜਿਹੜੀ ਖੇਤੀ ਕੀਤੀ ਜਾਂਦੀ ਹੈ ਸਾਈਟ ਸਪੈਸੀਫਿਕ ਮੈਨੇਜਮੈਂਟ ਕੀਤੀ ਜਾਂਦੀ ਹੈ ਕਿ ਉਸ ਏਰੀਆ ਦੇ ਸਾਈਟ ਦੇ ਅਕੋਰਡਿੰਗ ਜਿਹੜੀ ਆਪਾਂ ਮੈਨੇਜਮੈਂਟ ਕਰਨੀ ਹੈ, ਦੈਟ ਇਜ਼ ਸਾਈਟ ਸਪੈਸੀਫਿਕ ਫਾਰਮਿੰਗ। ਨੈਕਸਟ, ਦਾ SRI ਟੈਕਨੀਕ ਵਾਜ਼ ਡਿਵੈਲਪਡ ਇਨ। ਜਿਹੜੀ SRI ਟੈਕਨੀਕ ਹੈ ਉਹ ਕਦੋਂ ਡਿਵੈਲਪ ਹੋਈ ਸੀ? ਜਿਹੜੀ SRI ਟੈਕਨੀਕ ਹੈ ਦੈਟ ਇਜ਼ ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ। ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ ਇਹ ਕੀ ਹੈ? ਇਹ ਕਿਹਨੇ ਡਿਵੈਲਪ ਕੀਤੀ ਸੀ? ਇਹ ਡਿਵੈਲਪ ਕੀਤੀ ਸੀ ਮਦਗਸਕਰ, ਠੀਕ ਹੈ। ਮਦਗਸਕਰ ਨੇ ਇਹਨੂੰ ਡਿਵੈਲਪ ਕੀਤਾ ਸੀਗਾ। ਜਿਹੜਾ SRI ਟੈਕਨੀਕ ਹੈ ਯਾਦ ਰੱਖਣਾ, ਮਦਗਸਕਰ ਨੇ ਇਹਨੂੰ ਡਿਵੈਲਪ ਕੀਤਾ ਸੀ। ਦੈਟ ਇਜ਼ ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ, ਠੀਕ ਹੈ। SRI ਟੈਕਨੀਕ ਇਜ਼
ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ। ਇਹ ਇੱਦਾਂ ਦਾ ਸਿਸਟਮ ਹੈ, ਇਹਦੇ ਵਿੱਚ ਮਤਲਬ ਇੱਕ ਮਾਡਰਨ ਟੈਕਨੀਕ ਹੈ ਕਿ ਝੋਨਾ ਲਾਉਣ ਦੀ। ਇਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਚੀਜ਼ਾਂ ਨਹੀਂ ਕਰਨੀਆਂ ਯੂਜ਼। ਅਗਰ ਪਾਣੀ ਹੈ, ਜਿਵੇਂ ਤੁਹਾਨੂੰ ਪਤਾ ਝੋਨੇ 'ਚ ਪਾਣੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਦਿੱਤਾ ਜਾਂਦਾ ਐਂਡ ਬਹੁਤ ਜ਼ਿਆਦਾ ਮਾਤਰਾ 'ਚ ਪਾਣੀ ਝੋਨੇ ਨੂੰ ਖੜਾ ਪਾਣੀ ਵੀ ਰੱਖਿਆ ਜਾਂਦਾ, ਅਤੇ ਇਹ ਕਹਿੰਦੇ ਆ ਕਿ ਬਹੁਤ ਜ਼ਿਆਦਾ ਪਾਣੀ ਝੋਨੇ ਨੂੰ ਨਹੀਂ ਦੇਣਾ। ਤੁਸੀਂ ਖੜਾ ਪਾਣੀ ਇੰਨਾ ਨਹੀਂ ਦੇਣਾ, ਜਿੰਨੀ ਕੁ ਲੋੜ ਆ ਉਨਾ ਕੁ ਪਾਣੀ ਦੇਣਾ, ਉਹਨੂੰ ਸਫੀਸ਼ੀਐਂਟ ਵਾਟਰ ਦੇਣਾ। ਬਟ ਇਹ ਨਹੀਂ ਕਿ ਤੁਸੀਂ ਖੜਾ ਪਾਣੀ ਰੱਖਤਾ, ਬਹੁਤ ਜ਼ਿਆਦਾ ਜਿਹੜਾ ਵਾਟਰ ਲੌਗਡ ਕੰਡੀਸ਼ਨਸ ਕ੍ਰੀਏਟ ਕਰਦੇ ਆ, ਉਹ ਨਹੀਂ ਕਰਨੀਆਂ। ਔਰ ਲੇਬਰ ਹੈ, ਉਹ ਵੀ ਕਹਿੰਦਾ ਕਿ ਥੋੜ੍ਹੀ ਲੇਬਰ ਲਾਓ, ਤੁਸੀਂ ਇੰਨੀ ਲੇਬਰ ਜਿਹੜੀ ਯੂਜ਼ ਨਹੀਂ ਕਰਨੀ। ਜੇ ਉਹ ਹੈ ਕਿ ਆਪਾਂ ਪਨੀਰੀ ਲਾਉਂਦੇ ਹਾਂ ਝੋਨੇ ਦੀ, ਤੁਸੀਂ ਝੋਨੇ ਦੀ ਪਨੀਰੀ ਵੀ ਜਿਹੜੀ ਹੈ ਇੱਕ ਜਿਹੜੀ ਜਗ੍ਹਾ 'ਤੇ 1 ਹਿੱਲ ਦੀ ਜਗ੍ਹਾ 'ਤੇ ਆਪਾਂ ਇੱਕ ਜਿਹੜੀ ਆ ਇੱਕ ਪਨੀਰੀ ਹੀ ਲਾਉਣੀ ਹੈ, ਠੀਕ ਹੈ। ਡਬਲ ਪਨੀਰੀ ਆਪਾਂ ਇੱਕ ਜਗ੍ਹਾ 'ਤੇ ਨਹੀਂ ਬੀਜਣੀਆਂ, ਇੱਕ ਹਿੱਲ 'ਤੇ ਆਪਾਂ ਇੱਕੋ ਜਿਹੜੀ ਹੈ ਨਰਸਰੀ ਲਗਾਉਣੀ ਹੈ, ਇੱਕ ਹਿੱਲ ਜਿਹੜੀ ਲਗਾਉਣੀ ਹੈ, ਇੱਦਾਂ ਦੀ ਹੈ। ਮਤਲਬ ਇੱਕ ਤਰ੍ਹਾਂ ਨਾਲ ਹਰ ਚੀਜ਼ ਨੂੰ ਪ੍ਰੋਪਰਲੀ ਕੰਜ਼ਰਵ ਕਰਕੇ ਜਿਹੜਾ ਹੈ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਦੈਟ ਇਜ਼ SRI ਟੈਕਨੀਕ ਹੁੰਦਾ, ਡਿਵੈਲਪ ਹੁੰਦਾ ਮਗਦਸਰ ਦੇ ਵਿੱਚ, ਇਹਨੇ ਮਗਦਸਰ ਨੇ ਇਹਨੂੰ ਡਿਵੈਲਪ ਕੀਤਾ ਸੀ। ਓਕੇ, ਦੈਟ ਇਜ਼ SRI ਟੈਕਨੀਕ, ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ। ਪੁੱਸਾ ਮੁਕਤਾ। ਪੁੱਸਾ ਮੁਕਤਾ ਇਜ਼ ਦ ਕਲਟੀਵਰ ਆਫ, ਪੁੱਸਾ ਮੁਕਤਾ ਕਾਹਦਾ ਕਲਟੀਵਰ ਹੈ? ਦੈਟ ਦਿਸ ਇਜ਼ ਦ ਕਲਟੀਵਰ ਆਫ ਕੈਬੇਜ। ਕੈਬੇਜ ਦਾ ਕਲਟੀਵਰ ਹੈ, ਠੀਕ ਹੈ। ਫੁੱਲ ਗੋਭੀ ਦਾ ਜਿਹੜਾ ਕਲਟੀਵਰ ਹੈ ਦੈਟ ਇਜ਼ ਪੱਤ ਗੋਭੀ, ਠੀਕ ਹੈ। ਪੱਤਾ ਗੋਭੀ ਜਿਹੜੀ ਹੁੰਦੀ ਹੈ ਦੈਟ ਇਜ਼ ਕੈਬੇਜ ਹੁੰਦੀ ਹੈ, ਐਂਡ ਉਹਦਾ ਜਿਹੜਾ ਕਲਟੀਵਰ ਹੈ ਦੈਟ ਇਜ਼ ਪੁੱਸਾ ਮੁਕਤਾ। ਪੁੱਸਾ ਮੁਕਤਾ ਕਾਹਦੀ ਵਰਾਇਟੀ ਹੈ, ਕਾਹਦਾ ਕਲਟੀਵਰ ਹੈ? ਇਜ਼ ਦਾ ਕਲਟੀਵਰ ਆਫ ਪੱਤਾ ਗੋਭੀ, ਦੈਟ ਇਜ਼ ਕੈਬੇਜ, ਪੁੱਸਾ ਮੁਕਤਾ। ਓਕੇ, ਗੋਟ ਇਟ? ਆਈ ਹੋਪ ਆਲ ਗਾਈਜ਼ ਵੈਰੀ ਵੈਲ ਗੋਟ ਇਟ ਗਾਈਜ਼। ਸਭ ਨੂੰ ਅੱਛੇ ਤਰੀਕੇ ਨਾਲ ਸਮਝ ਆ ਰਿਹਾ ਹੋਏਗਾ, ਕੋਈ ਇੱਦਾਂ ਦਾ ਕੁਐਸਚਨ ਨਹੀਂ ਹੋਏਗਾ ਜਿਹਦੇ 'ਚ ਕੋਈ ਡਾਊਟ ਹੋਊਗਾ, ਕਿਉਂਕਿ ਪ੍ਰੋਪਰ ਇੱਕ ਪਰਟੀਕੂਲਰ ਕੁਐਸਚਨ ਦੇ ਉੱਪਰ ਤੁਹਾਨੂੰ ਡਿਟੇਲ ਵਾਈਜ਼ ਡਿਸਕਸ ਹੋ ਰਿਹਾ ਕਿ ਉਹਦਾ ਰੀਜ਼ਨ ਕੀ ਆ ਰਿਹਾ ਬਿਹਾਈਂਡ ਦੈਟ, ਠੀਕ ਹੈ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ, that is world's super rice variety which is suitable for saline alkaline soil condition is। ਇੱਦਾਂ ਦੀ ਸੁਪਰ ਰਾਈਸ ਵਰਾਇਟੀ, ਠੀਕ ਹੈ, ਆਪਣੇ ਪੂਰੇ ਵਰਲਡ ਦੇ ਵਿੱਚ ਮੈਂ ਕਹਿੰਦੀ ਹਾਂ ਇੱਦਾਂ ਦੀ ਸੁਪਰ ਰਾਈਸ ਵਰਾਇਟੀ ਹੈ ਜਿਹੜੀ ਸੂਟੇਬਲ ਹੈ ਸਲਾਈਨ ਸੋਇਲ ਵਾਸਤੇ, ਸੂਟੇਬਲ ਹੈ ਅਲਕਲਾਈਨ ਸੋਇਲ ਵਾਸਤੇ ਸੂਟੇਬਲ ਹੈ, ਦੈਟ ਇਜ਼ ਲੂਨੀਸ਼ਰੀ। ਲੂਨੀਸ਼ਰੀ ਵਰਾਇਟੀ ਹੈ, ਲੂਨੀਸ਼ਰੀ ਇੱਦਾਂ ਦੀ ਵਰਾਇਟੀ ਹੈ ਜਿਹੜੀ ਸੂਟੇਬਲ ਹੈਗੀ ਹੈ ਸਲਾਈਨ ਸੋਇਲਸ ਵਾਸਤੇ, ਅਲਕਲਾਈਨ ਸੋਇਲਸ ਵਾਸਤੇ, ਠੀਕ ਹੈ। ਸਲਾਈਨ ਅਲਕਲਾਈਨ ਸੋਇਲਸ ਵਾਸਤੇ ਸੂਟੇਬਲ ਹੈ, ਇੱਦਾਂ ਦੀ ਵਰਾਇਟੀ ਹੈ ਦੈਟ ਇਜ਼ ਲੂਨੀਸ਼ਰੀ ਵਰਾਇਟੀ, ਠੀਕ ਹੈ। ਆਪਣੀ ਸੁਪਰ ਵਰਾਇਟੀ ਹੈ ਝੋਨੇ ਦੀ ਜਿਹੜੀ ਹੈ ਸਲਾਈਨ ਸੋਇਲ ਦੇ ਵਿੱਚ ਹੈ, ਠੀਕ ਹੈ। ਉਹੀ ਨਮਕ ਵਾਲੀ ਜ਼ਮੀਨ ਹੈ ਉਹਦੇ 'ਚ ਵੀ ਸੂਟੇਬਲ ਹੁੰਦੀ ਹੈ, ਅਲਕਲਾਈਨ ਜ਼ਮੀਨ ਹੁੰਦੀ ਆ ਉਹਦੇ 'ਚ ਵੀ ਸੂਟੇਬਲ ਹੁੰਦੀ ਆ, ਤਾਂ ਇਹ ਲੂਨੀਸ਼ਰੀ ਵਰਾਇਟੀ ਹੁੰਦੀ ਆ। ਓਕੇ, ਨੈਕਸਟ ਦ ਵੀਡ ਯੂਜ਼ਡ ਫੋਰ ਔਰਨਾਮੈਂਟਲ ਪਰਪਸ, ਠੀਕ ਹੈ। ਇੱਦਾਂ ਦਾ ਵੀਡ ਜਿਹੜਾ ਹੈ ਨਦੀਨ ਹੈ ਉਹਨੂੰ ਆਪਾਂ ਯੂਜ਼ ਕਰਦੇ ਹਾਂ ਇੱਕ ਤਰ੍ਹਾਂ ਨਾਲ ਔਰਨਾਮੈਂਟਲ ਪਰਪਸ ਹੁੰਦਾ ਕਿ ਸਜਾਵਟੀ ਬੂਟੇ ਦੇ ਤੌਰ 'ਤੇ ਉਹਨੂੰ ਆਪਾਂ ਵਰਤਦੇ ਹਾਂ। ਕਿਹੜਾ ਹੈਗਾ? ਵੀਡ ਹੈਗਾ, ਤਾਂ ਵੀਡ ਹੈ, ਨਦੀਨ ਹੈ, ਜਿਹੜਾ ਅਨਵਾਂਟਡ ਅਨਕਲਟੀਵੇਟਡ ਪਲਾਂਟ ਹੈ ਜਿਹੜਾ ਆਪਾਂ ਨੂੰ ਨਹੀਂ ਚਾਹੀਦਾ, ਪਰ ਉਹਨੂੰ ਆਪਾਂ ਐਜ਼ ਸੋਹਣਾ ਹੀ ਇੰਨਾ ਹੁੰਦਾ, ਫਲਾਵਰਿੰਗ ਪਲਾਂਟ ਹੁੰਦਾ, ਉਹਨੂੰ ਆਪਾਂ ਸਜਾਵਟੀ ਬੂਟੇ ਦੇ ਤੌਰ 'ਤੇ ਵਰਤਦੇ ਹਾਂ, ਦੈਟ ਇਜ਼ ਲੈਂਟਨਾ ਕੈਮਰਾ। ਲੈਂਟਨਾ ਕੈਮਰਾ ਇੱਦਾਂ ਦਾ ਹੁੰਦਾ ਕਿ ਇੱਕ ਤਰ੍ਹਾਂ ਦੇ ਫੁੱਲ ਹੁੰਦੇ ਆ, ਫਲਾਵਰਿੰਗ ਪਲਾਂਟ ਹੁੰਦਾ, ਬਹੁਤ ਸਾਰੇ ਉੱਤੇ ਫੁੱਲ ਹੁੰਦੇ ਆ, ਔਰ ਇੱਕ ਫੁੱਲ ਦਾ ਜਿਹੜਾ ਹੈ ਇੱਕ ਫੁੱਲ ਆ ਉਹ ਬਣਦਾ ਛੋਟੇ ਸਮਾਲ ਫਲਾਵਰਸ ਤੋਂ ਇੱਕ ਗੁੱਛਾ ਜਾਂ ਟਾਈਪ ਇੱਕ ਫੁੱਲ ਬਣਦਾ, ਦੈਟ ਇਜ਼ ਲੈਂਟਨਾ ਕੈਮਰਾ, ਠੀਕ ਹੈ। ਤੁਸੀਂ ਗੂਗਲ ਕਰਕੇ ਦੇਖ ਲੈਣਾ, ਲੈਂਟਨਾ ਕੈਮਰਾ ਇੱਦਾਂ ਦਾ ਪਲਾਂਟ ਹੁੰਦਾ, ਠੀਕ ਹੈ। ਔਰਨਾਮੈਂਟਲ ਪਲਾਂਟ ਦੀ ਤਰ੍ਹਾਂ ਇਹਨੂੰ ਯੂਜ਼ ਕੀਤਾ ਜਾਂਦਾ, ਸਜਾਵਟੀ ਬੂਟਾ ਲੈਂਟਨਾ ਕੈਮਰਾ। ਇਹ ਹੈਗਾ ਵੈਸੇ ਨਦੀਨ ਹੈ, ਵੀਡ ਹੈ, ਠੀਕ ਹੈ। ਨੈਕਸਟ ਹੈ ਜੋ ਦ ਸੋਇਆਬੀਨ ਇਜ਼ ਸੋਨ ਐਟ ਅ ਡੈਪਥ ਆਫ, ਸੋਇਆਬੀਨ ਹੈ, ਠੀਕ ਹੈ, ਉਹਨੂੰ ਸੋ ਕੀਤਾ ਜਾਂਦਾ, ਕਿੰਨੀ ਡੂੰਘਾਈ ਦੇ ਵਿੱਚ ਉਹਨੂੰ ਬੀਜਿਆ ਜਾਂਦਾ? 3 ਸੈਂਟੀਮੀਟਰ ਦੀ ਡੈਪਥ ਦੇ ਉੱਪਰ ਉਹਨੂੰ ਲਗਾਇਆ ਜਾਂਦਾ, ਠੀਕ ਹੈ। ਕਿੰਨਾ ਡੂੰਘਾ ਬੀਜਿਆ ਜਾਂਦਾ? ਦੈਟ ਇਜ਼ 3 ਸੈਂਟੀਮੀਟਰ। ਸੋਇਆਬੀਨ ਨੂੰ ਯਾਦ ਰੱਖਣਾ, ਸੋਇਆਬੀਨ ਨੂੰ ਜਿਹੜਾ 3 ਸੈਂਟੀਮੀਟਰ ਡੂੰਘਾ ਬੀਜਿਆ ਜਾਏਗਾ,
ਨੈਕਸਟ ਕੁਐਸਚਨ ਹੈ ਕਿ ਦ ਮੋਸਟ ਪ੍ਰੋਮੀਨੈਂਟ ਸੋਇਲ ਆਫ ਇੰਡੀਆ। ਇੰਡੀਆ ਦੀ ਜਿਹੜੀ ਮੋਸਟ ਆਪਾਂ ਕਹਿ ਸਕਦੇ ਹਾਂ ਪ੍ਰੋਮੀਨੈਂਟ ਸੋਇਲ ਕਿਹੜੀ ਪਾਈ ਜਾਂਦੀ ਹੈ, ਜਿਹੜੀ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਜਿਹੜੀ ਹੈ ਪਾਈ ਜਾਂਦੀ ਹੈ। ਇੰਡੀਆ 'ਚ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਦੱਸਿਆ ਕਿ ਅਲੂਵੀਅਲ ਸੋਇਲ ਪਾਈ ਜਾਂਦੀ ਹੈ। ਕਿਹੜੀ? ਅਲੂਵੀਅਲ ਸੋਇਲ। ਔਰ ਅਗਰ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਕਿਹੜੀ ਮਿੱਟੀ ਹੈ? ਦੈਟ ਇਜ਼ ਅਲੂਵੀਅਲ ਸੋਇਲ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ। ਠੀਕ ਹੈ, ਪੰਜਾਬ 'ਚ ਅਲੂਵੀਅਲ ਸੋਇਲ ਹੈ। ਔਰ ਇੰਡੀਆ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੀ ਸੋਇਲ ਪਾਈ ਜਾਂਦੀ ਹੈ ਦੈਟ ਇਜ਼ ਅਲੂਵੀਅਲ ਸੋਇਲ ਹੀ ਹੈ। ਔਰ ਜਿਹੜੀ ਸਭ ਤੋਂ ਕਹਿ ਸਕਦੇ ਹਾਂ ਕਿ ਫਰਟਾਈਲ ਸੋਇਲ ਕਿਹੜੀ ਹੁੰਦੀ ਹੈ? ਫਰਟਾਈਲ ਸੋਇਲ ਵੀ ਜਿਹੜੀ ਹੈ ਅਲੂਵੀਅਲ ਸੋਇਲ ਹੀ ਹੁੰਦੀ ਹੈ। ਨੈਕਸਟ, ਦ ਕਰੰਟ ਮੈਥਡ ਯੂਜ਼ਡ ਫॉर ਦ ਕੰਟਰੋਲ ਆਫ ਬੋਲਵਰਮ। ਇੱਦਾਂ ਦਾ ਇੱਕ ਮੈਥਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਕਿ ਬੋਲਵਰਮ ਦੇ ਕੰਟਰੋਲ ਵਾਸਤੇ ਕਾਟਨ ਦੇ ਵਿੱਚ, ਦੈਟ ਇਜ਼ BT ਟਰਾਂਸਜੈਨਿਕ ਕਾਟਨ। ਠੀਕ ਹੈ, ਦੇਖੋ ਕਾਟਨ ਹੈ, ਨਰਮੇ ਦੇ ਵਿੱਚ ਜਿਹੜੀ ਹੈ ਇੱਕ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ ਪਤਾ ਬੋਲਵਰਮਸ ਦੀ, ਚਾਹੇ ਉਹ ਆਪਣਾ ਸਪੋਟਡ ਬੋਲਵਰਮ ਹੋਵੇ, ਪਿੰਕ ਬੋਲਵਰਮ ਹੋਵੇ ਜਾਂ ਅਮੈਰੀਕਨ ਬੋਲਵਰਮ ਹੋਵੇ। 3 ਤਰ੍ਹਾਂ ਦੇ ਬੋਲਵਰਮਸ ਦੇਖਣ ਨੂੰ ਮਿਲਦੇ ਆ ਕਾਟਨ ਦੇ ਵਿੱਚ। ਠੀਕ ਹੈ, ਤਾਂ ਉਹਦੇ ਕੰਟਰੋਲ ਵਾਸਤੇ ਇੱਕ ਇੱਦਾਂ ਦੀ BT ਵਰਾਇਟੀ, BT ਕਾਟਨ ਦੀਆਂ ਵਰਾਇਟੀਆਂ ਤਿਆਰ ਕੀਤੀਆਂ ਜਿਹੜੀ ਹੈ ਉਹ ਜਿਹੜਾ ਇੱਦਾਂ ਦੇ ਜਿਹੜੇ ਇਨਸੈਕਟ ਪੈਸਟ ਹੁੰਦੇ ਆ, ਕੀੜੇ ਮਕੌੜੇ ਹੈ, ਬੋਲਵਰਮਸ ਵਗੈਰਾ, ਉਹਨਾਂ ਨੂੰ ਰਜਿਸਟੈਂਟ ਹੈ। ਠੀਕ ਹੈ, ਉਹਨਾਂ ਨੂੰ ਕੀ ਹੈ? ਰਜਿਸਟੈਂਟ ਹੈ। ਰਜਿਸਟੈਂਟ ਮੀਨ ਟੂ ਸੇ ਕਿ ਉਹਨਾਂ ਨੂੰ ਇਹ ਜਿਹੜਾ ਹੈ ਉਹ ਕਰਦੀ ਹੈ, ਟੋਲਰੇਬਲ ਹੈ, ਕਿ ਉਹਨੂੰ ਟੋਲਰੇਟ ਬਰਦਾਸ਼ਤ ਕਰਦੀ ਹੈ। ਉਹਨਾਂ ਨੂੰ ਇਹ ਕੋਈ ਨੂੰ ਜਿਹੜਾ ਹੈ ਇਹਨਾਂ ਨੂੰ ਕੋਈ ਕਰੋਪ ਜਿਹੜਾ ਖ਼ਰਾਬ ਨਹੀਂ ਕਰ ਸਕਦੀ ਜਿਹੜੀ BT ਕਾਟਨ ਹੈ। ਮਤਲਬ ਉਹਨਾਂ ਇਨਸੈਕਟਸ ਦਾ, ਬੋਲਵਰਮਸ ਦਾ ਕੋਈ ਇਫੈਕਟ ਨਹੀਂ ਹੁੰਦਾ ਇੱਦਾਂ ਦੀਆਂ ਵਰਾਇਟੀਜ਼ 'ਤੇ। ਕਿਉਂ ਇਫੈਕਟ ਨਹੀਂ ਹੁੰਦਾ? ਕੀ ਕਰਦੀਆਂ ਇਹ ਜਿਹੜੀ BT ਕਾਟਨ ਵਰਾਇਟੀਆਂ ਤਿਆਰ ਕੀਤੀਆਂ ਗਈਆਂ ਇਹਨਾਂ ਦੇ ਵਿੱਚ ਇੱਦਾਂ ਦੇ ਕੁਛ, BT ਕਾਟਨ ਦਾ ਮਤਲਬ ਹੈ BT ਹੈ ਨਾ, ਬੇਸਿਲਸ ਥੁਰੈਂਜੈਨਸਿਸ। ਇਹਨਾਂ ਅੰਦਰ ਇੱਕ ਇੱਦਾਂ ਦਾ ਬੇਸਿਲਸ ਥੁਰੈਂਜੈਨਸਿਸ ਨਾਮ ਦਾ ਬੈਕਟੀਰੀਆ ਐਡ ਕੀਤਾ ਗਿਆ। ਇਹ ਬੈਕਟੀਰੀਆ ਕੀ ਕਰਦਾ? ਇਹ ਕਰੋਪ ਦੇ ਅੰਦਰ ਜਾਂਦਾ। ਠੀਕ ਹੈ, ਕਰੋਪ ਦੇ ਅੰਦਰ ਹੁੰਦਾ ਜਦੋਂ ਤੁਸੀਂ ਸੋਇਲ ਬੀਜੀ, ਇਹ ਆਪਣੀ ਜਿਹੜਾ ਸੋਰੀ ਕਰੋਪ ਬੀਜੀ ਉਹਦੇ ਅੰਦਰ ਹੋਊਗਾ, ਸੀਡ ਦੇ ਅੰਦਰ। ਇਹ ਕੀ ਕਰ ਦੂਗਾ? ਜਦੋਂ ਇਸ ਬੋਲਵਰਮ ਨੇ ਅਟੈਕ ਕੀਤਾ, ਉਹਦਾ ਜਿਹੜਾ ਲਾਰਵਾ ਹੁੰਦਾ ਉਹਦੇ ਅੰਦਰ ਇਹ ਜਿਹੜਾ ਡਾਈਜੈਸਟਿਵ ਸਿਸਟਮ 'ਤੇ ਇਫੈਕਟ ਕਰਦਾ, ਉਹਦਾ ਡਾਈਜੈਸਟਿਵ ਸਿਸਟਮ ਨੂੰ ਅਫੈਕਟ ਕਰ ਦੂਗਾ। ਉਹਦੇ ਨਾਲ ਜਿਹੜਾ ਹੈ ਉਹਦੇ ਅੰਦਰ ਜਿਹੜਾ ਹੈ ਉਹ ਹੌਲੀ ਹੌਲੀ ਮਰ ਜਾਂਦਾ ਬੋਲਵਰਮ, ਤਾਂ ਉਹਦੇ ਉੱਪਰ ਜਿਹੜਾ ਨੈਗੇਟਿਵ ਇਫੈਕਟ ਹੁੰਦਾ, ਤਾਂ ਉਹਨੂੰ ਜਿਹੜਾ ਹੈ ਇਹਦੇ ਉੱਪਰ ਹਾਵੀ ਨਹੀਂ ਹੋਣ ਦਿੰਦਾ, ਡੋਮੀਨੈਂਟ ਨਹੀਂ ਹੋਣ ਦਿੰਦਾ। ਤਾਂ ਦਿਸ ਇਜ਼ ਨੋਨ ਐਜ਼ BT ਟਰਾਂਸਜੈਨਿਕ ਕਾਟਨ ਪ੍ਰੋਡਿਊਸਡ। ਓਕੇ, ਨੈਕਸਟ, ਵਟ ਇਜ਼ ਪਾਰਥੀਨੋਕਾਰਪੀ। ਪਾਰਥੀਨੋਕਾਰਪੀ ਹੁੰਦਾ ਕਿ ਤੁਸੀਂ ਫਰੂਟ ਦੀ ਡਿਵੈਲਪਮੈਂਟ ਕਰੀ ਜਾਂਦੇ ਹੋ ਵਿਦਾਊਟ ਫਰਟੀਲਾਈਜੇਸ਼ਨ। ਠੀਕ ਹੈ, ਫਰੂਟ ਜਿਹੜਾ ਹੈ ਆਪਣਾ ਡਿਵੈਲਪ ਹੋ ਗਿਆ ਵਿਦਾਊਟ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਤੋਂ ਬਿਨਾਂ ਹੀ ਆਪਣਾ ਜਿਹੜਾ ਫਰੂਟ ਡਿਵੈਲਪ ਹੁੰਦਾ, ਉੱਦਾਂ ਦੇ ਫਰੂਟ ਨੂੰ ਕੀ ਕਿਹਾ ਜਾਂਦਾ? ਪਾਰਥੀਨੋਕਾਰਪੀ। ਔਰ ਇਹ ਜਿਹੜਾ ਫਰੂਟ ਡਿਵੈਲਪ ਹੁੰਦਾ ਇਹਦੇ ਅੰਦਰ ਸੀਡ ਨਹੀਂ ਹੁੰਦਾ ਹਮੇਸ਼ਾ ਹੀ। ਪਾਰਥੀਨੋਕਾਰਪੀ ਵਾਲੇ ਇੱਦਾਂ ਦੇ ਫਰੂਟਸ ਹੁੰਦੇ ਆ, ਉਹ ਡਿਵੈਲਪ ਹੁੰਦੇ ਆ ਕਿ ਫਰਟੀਲਾਈਜੇਸ਼ਨ ਤੋਂ ਬਿਨਾਂ ਡਿਵੈਲਪ ਹੁੰਦੇ ਆ, ਔਰ ਉਹਨਾਂ ਦੇ ਵਿੱਚ ਜਿਹੜਾ ਹੁੰਦਾ ਸੀਡ ਨਹੀਂ ਪਾਇਆ ਜਾਂਦਾ, ਵਿਦਾਊਟ ਸੀਡ ਇੱਦਾਂ ਦੇ ਫਰੂਟਸ ਪ੍ਰੋਡਿਊਸ ਹੁੰਦੇ ਆ। ਠੀਕ ਹੈ, ਦੈਟ ਇਜ਼ ਪਾਰਥੀਨੋਕਾਰਪੀ। ਇੱਕ ਇੱਦਾਂ ਦੀ ਟੈਕਨੀਕ ਬਣਾਈ ਗਈ ਹੈ ਜਿਹਦੇ ਨਾਲ ਜਿਹੜਾ ਆਪਾਂ ਸੀਡ ਤੋਂ ਸੀਡਲੈਸ ਫਰੂਟਸ ਬਣਾਉਣ ਦਾ ਤਰੀਕਾ ਹੈ, ਸੀਡਲੈਸ ਫਰੂਟਸ, ਤਾਂ ਉਹਦੇ ਨਾਲ ਪਾਰਥੀਨੋਕਾਰਪੀ ਹੋ ਜਾਂਦੀ ਹੈ ਕਿ ਜਿਹੜੀ ਫਰੂਟਸ ਦੀ ਡਿਵੈਲਪਮੈਂਟ ਹੁੰਦੀ ਹੈ ਵਿਦਾਊਟ ਫਰਟੀਲਾਈਜੇਸ਼ਨ। ਠੀਕ ਹੈ, ਨੈਕਸਟ, ਦ ਡਿਵੈਲਪਮੈਂਟ ਆਫ ਐਮਬਰੀਓ ਵਿਦਾਊਟ ਫਰਟੀਲਾਈਜੇਸ਼ਨ ਇਜ਼ ਕਾਲਡ ਐਪੋਮਿਕਸਿਸ। ਐਮਬਰੀਓ ਦੀ ਜਿਹੜੀ ਡਿਵੈਲਪਮੈਂਟ ਹੋ ਗਈ, ਇੱਥੇ ਹੋਈ ਸੀ ਫਰੂਟ ਦੀ ਡਿਵੈਲਪਮੈਂਟ ਫਰਟੀਲਾਈਜੇਸ਼ਨ ਤੋਂ ਬਿਨਾਂ, ਔਰ ਇੱਥੇ ਹੋਈ ਹੈ ਐਮਬਰੀਓ ਦੀ ਡਿਵੈਲਪਮੈਂਟ ਫਰਟੀਲਾਈਜੇਸ਼ਨ ਤੋਂ ਬਿਨਾਂ, ਇਜ਼ ਨੋਨ ਐਜ਼ ਐਪੋਮਿਕਸਿਸ। ਠੀਕ ਹੈ, ਐਮਬਰੀਓ ਹੈ ਉਹਦੀ ਡਿਵੈਲਪਮੈਂਟ ਹੋਈ ਜਾਂਦੀ ਹੈ ਫਰਟੀਲਾਈਜੇਸ਼ਨ ਤੋਂ ਬਿਨਾਂ, ਇਜ਼ ਨੋਨ ਐਜ਼ ਐਪੋਮਿਕਸਿਸ। ਐਪੋਮਿਕਸਿਸ ਕਿਹਾ ਜਾਂਦਾ। ठीक है, development of fruit without fertilization is known as parthenocarpy. If development of embryo without fertilization is known as apomixis. Okay, apomixis. Next, relative humidity. Relative humidity ਹੁੰਦਾ ਨਮੀ, ਜਿਹੜਾ ਆਪਣੇ ਐਟਮੋਸਫੇਅਰ ਦੇ ਵਿੱਚ ਨਮੀ ਹੈ। ਠੀਕ ਹੈ, ਨਮੀ ਨੂੰ ਮਾਪਣ ਵਾਸਤੇ ਕਿਹੜਾ ਯੰਤਰ ਵਰਤਿਆ ਜਾਂਦਾ? ਤਾਂ ਰੈਲੇਟਿਵ ਹਿਊਮਿਡਿਟੀ ਹੈ ਜਿਹੜਾ ਉਹਨੂੰ ਨਾਪਣ ਵਾਸਤੇ ਫਿਜ਼ਾਈਕਰੋਮੀਟਰ। ਠੀਕ ਹੈ, ਫਿਜ਼ਾਈਕਰੋਮੀਟਰ ਇੱਦਾਂ ਦਾ ਇੰਸਟਰੂਮੈਂਟ ਹੈ ਜਿਹੜਾ ਨਾਪਦਾ ਹੈ ਕਿ ਕਿੰਨੀ ਨਮੀ ਜਿਹੜੀ ਉੱਥੇ ਪ੍ਰੈਜੈਂਟ ਹੈ ਬੂਟੇ ਦੇ ਅਰਾਊਂਡ ਜਾਂ ਫਿਰ ਐਟਮੋਸਫੇਅਰ ਦੇ ਵਿੱਚ ਵੀ ਜਿਹੜਾ ਹੈ ਨਾਪਣ ਵਾਸਤੇ ਫਿਜ਼ਾਈਕਰੋਮੀਟਰ ਯੂਜ਼ ਕੀਤਾ ਜਾਂਦਾ।
ठीक है। रिलेटिव ह्यूमिडिटी इज़ मेजर्ड बाय द ਜ਼ਾਈਕਰੋਮੀਟਰ। ਓਕੇ ਗਾਈਜ਼, ਦੈਟਸ ਇਟ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਹੋਵੇਗਾ ਐਂਡ ਤੁਸੀਂ ਮੈਕਸਿਮਮ ਜਿਹੜਾ ਹੈ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਨੀ ਹੈ। ਅਗਰ ਕਿਤੇ ਵੀ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਈ, ਪਲੀਜ਼ ਤੁਸੀਂ ਉਹਨੂੰ ਪੋਜ਼ ਕਰਕੇ ਬੈਕ ਕਰਕੇ ਉਹਨੂੰ ਦੁਬਾਰਾ ਰਿਪੀਟ ਉਹ ਵਾਲਾ ਕੰਸੈਪਟ ਸਮਝੋ ਐਂਡ ਜਿਹੜਾ ਇਹ ਤੁਹਾਡੇ ਐਗਜ਼ਾਮ ਓਰੀਐਂਟਿਡ ਕੁਐਸਚਨਸ ਹੈ, ਹਰ ਕੁਐਸਚਨ ਨੂੰ ਤੁਹਾਨੂੰ ਪ੍ਰੋਪਰਲੀ ਡਿਟੇਲ ਵਾਈਜ਼ ਡਿਸਕਸ ਕੀਤਾ ਜਾਂਦਾ ਹੈ। ਉਹਦੇ ਪ੍ਰੋਪਰ ਉਹਦੇ ਰੀਜ਼ਨ ਕੀ ਹੈ ਬਿਹਾਈਂਡ, ਉਹਦਾ ਮੈਕੈਨਿਜ਼ਮ ਕੀ ਹੈ, ਸਾਰਾ ਸਮਝਾਇਆ ਜਾਂਦਾ ਹੈ, ਠੀਕ ਹੈ। ਐਂਡ ਫਰਦਰ ਤੁਸੀਂ ਅਗਰ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਿਹੜਾ ਹੈ ਆਪਣਾ ਜਿਹੜਾ ਕ੍ਰੈਸ਼ ਕੋਰਸ ਆ ਉਹ ਅਵੇਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ 'ਤੇ, ਦੈਟ ਇਜ਼ www.cbcexamguru.in। ਐਂਡ ਜਿਹੜਾ ਤੁਸੀਂ ਕਾਲ ਵੀ ਕਰ ਸਕਦੇ ਹੋ 7814109600 'ਤੇ ਕਾਲ ਕਰਕੇ ਜਿਹੜਾ ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ। ਓਕੇ ਗਾਈਜ਼, ਦੈਟਸ ਇਟ, ਥੈਂਕ ਯੂ ਸੋ ਮਚ, ਬਾਏ ਬਾਏ।